ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ ਭਨ ਮਥੁਰਾ ਕਾਸ਼ ਭੇਦ ਨਹੀਂ ਗੁਰ ਅਰਜੁਨ ਪਰਤਖ ਹਰ ਸਦ ਜੀਵਨ ਅਰਜੁਨ ਅਮੋਲ ਆਜੋਨੀ ਸੰਭੋ ਭੈ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਭੋ ਅਗਾਹ ਗਹਿਣ ਬ੍ਰਹਮ ਭ੍ਰਾਂਤ ਦਹਿਣ ਸੀਤਲ ਸੁਖ ਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਵਿਧਾਤੋ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਮਿਲਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸੱਜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਇਤਿਹਾਸ ਦਾ ਬੜਾ ਹੀ ਮਹਾਨ ਦਿਨ ਮਹਾਨ ਸ਼ਖਸੀਅਤ ਦੇ ਦੁਆਰਾ ਇੱਕ ਬੜਾ ਹੀ ਸੁਨਹਿਰਾ ਅਧਿਆਏ ਆਪਣਾ ਖੂਨ ਡੋਲ ਕੇ ਜੋ ਇਤਿਹਾਸ ਦੇ ਪੰਨਿਆਂ ਦੇ ਉੱਤੇ ਅੰਕਿਤ ਕੀਤਾ ਗਿਆ, ਜਿਸ ਨੂੰ ਯਾਦ ਕਰਨ ਵਾਸਤੇ ਅੱਜ ਅਸੀਂ ਸਾਰੇ ਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸੱਜੇ ਬੈਠੇ ਹਾਂ। ਗੁਰਦੇਵ ਗੁਰੂ ਅਰਜਨ ਸਾਹਿਬ ਜਿਨ੍ਹਾਂ ਨੇ ਇੱਕ ਮਹਾਨ ਸ਼ਹਾਦਤ ਦੇ ਕੇ ਜੋ ਪੂਰਨੇ ਪਾਏ ਨੇ ਸੰਸਾਰ ਦੇ ਲੋਕਾਂ ਦੇ ਲਈ, ਇੱਕ ਗਵਾਹੀ ਭਰੀ ਹੈ ਸੱਚੇ ਧਰਮ ਦੀ। ਉਹ ਸੱਚਾ ਧਰਮ ਜਿਸ ਦੀ ਨੀਂਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰੱਖੀ। ਰਾਮਕਲੀ ਕੀ ਵਾਰ ਦੇ ਅੰਦਰ ਭਾਈ ਸੱਤਾ ਤੇ ਭਾਈ ਬਲਵੰਡ ਜੀ ਇਸ ਗੱਲ ਦਾ ਜ਼ਿਕਰ ਕਰਦਿਆਂ ਲਿਖਦੇ ਨੇ, ਨਾਨਕ ਰਾਜ ਚਲਾਇਆ ਸੱਚ ਕੋਟ। ਕਹਿੰਦੇ ਗੁਰੂ ਨਾਨਕ ਨੇ ਧਰਮ ਦਾ ਰਾਜ ਕਾਇਮ ਕੀਤਾ। ਉਹ ਧਰਮ ਦਾ ਰਾਜ ਕਾਇਮ ਕਰਨ ਵਾਸਤੇ ਉਹਨਾਂ ਨੇ ਸੱਚ ਰੂਪੀ ਕਿਲ੍ਹਾ ਉਸਾਰਿਆ, ਤੇ ਜਿਹੜਾ ਸੱਚ ਰੂਪੀ ਕਿਲ੍ਹਾ ਉਸਾਰਿਆ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਸੱਚ ਕੋਟ ਸਤਾਣੀ ਨੀਂਵ ਦਾ। ਸਤਾਣੀ ਦਾ ਅਰਥ ਹੈ ਬੜੀ ਤਾਕਤ ਵਾਲੀ, ਬੜੀ ਬਲ ਵਾਲੀ ਉਹਦੀ ਨੀਂਹ ਰੱਖੀ ਹੈ। ਭਾਵ ਜੇ ਨੀਂਹ ਕਮਜ਼ੋਰ ਹੋਵੇਗੀ ਨਾ ਤੇ ਮਹਿਲ ਬਾਹਰੋਂ ਕਿੰਨਾ ਵੀ ਸੋਹਣਾ ਹੋਵੇ, ਉਹ ਦੁਨੀਆ ਦੇ ਝਖੜਾਂ ਦਾ ਮੁਕਾਬਲਾ ਕਰਨ ਦੀ ਤਾਕਤ ਨਹੀਂ ਰੱਖਦਾ। ਸਮੇਂ ਦੇ ਵੇਗ ਉਸ ਨੂੰ ਮਲਬੇ ਦਾ ਢੇਰ ਬਣਾ ਜਾਣਗੇ। ਅਗਰ ਉਸ ਦੀ ਨੀਂਹ ਕਮਜ਼ੋਰ ਹੋਵੇਗੀ, ਉਸ ਦੀ ਨੀਂਹ ਡੂੰਘੀ ਨਹੀਂ ਹੋਵੇਗੀ, ਉਸ ਦੀ ਨੀਂਹ ਪੱਕੀ ਨਹੀਂ ਹੋਵੇਗੀ।
ਗੁਰਦੇਵ ਗੁਰੂ ਨਾਨਕ ਸਾਹਿਬ ਨੇ ਜਿਸ ਸੱਚ ਦਾ ਕਿਲਾ ਉਸਾਰ ਕੇ ਧਰਮ ਦਾ ਰਾਜ ਦੁਨੀਆ ਦੇ ਅੰਦਰ ਕਾਇਮ ਕਰਨਾ ਹੈ, ਭਾਈ ਸਤਾ ਤੇ ਬਲਵੰਡ ਗੁਰੂ ਕੇ ਪੂਰਨ ਗੁਰਸਿੱਖ ਇਸ ਗੱਲ ਦਾ ਜ਼ਿਕਰ ਕਰਦੇ ਕਹਿੰਦੇ ਗੁਰਦੇਵ ਗੁਰੂ ਨਾਨਕ ਸਾਹਿਬ ਨੇ ਉਹਦੀ ਨੀਂਹ ਬੜੀ ਬਲ ਵਾਲੀ ਰੱਖੀ ਹੈ। ਝੱਖੜ ਆਉਂਦੇ ਰਹੇ ਆਪਣੇ ਸੁਭਾਅ ਦੇ ਮੁਤਾਬਕ, ਭੁਚਾਲ ਆਉਂਦੇ ਰਹੇ ਧਰਤੀ ਨੂੰ ਕੰਬਾ ਕੇ ਚਲੇ ਜਾਂਦੇ ਰਹੇ, ਪਰ ਗੁਰਦੇਵ ਗੁਰੂ ਨਾਨਕ ਸਾਹਿਬ ਦਾ ਇਹ ਸੱਚ ਰੂਪੀ ਕਿਲਾ ਨਾ ਮਲਬੇ ਦਾ ਢੇਰ ਬਣਿਆ, ਨਾ ਕੋਈ ਦੁਨੀਆ ਦੀ ਆਫਤ ਇਸ ਨੂੰ ਮਲਬੇ ਦਾ ਢੇਰ ਬਣਾ ਸਕੀ ਤੇ ਨਾ ਸਮੇਂ ਦੇ ਵੇਗ ਇਸ ਨੂੰ ਕਦੇ ਮਲਬੇ ਦਾ ਢੇਰ ਬਣਾ ਸਕਣਗੇ। ਇਹ ਉਹ ਸਚਾਈ ਹੈ ਜਿਹੜੀ ਦੋ ਪੂਰਨ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰੂਪ ਦੇ ਵਿੱਚ ਸਾਡੇ ਸਨਮੁਖ ਰੱਖੀ ਹੈ ਔਰ ਸਾਡੇ ਮਨਾਂ ਨੂੰ ਧੀਰਜ ਦਿੱਤਾ ਹੈ। ਦੁਨੀਆ ਦੇ ਲੋਕੋ, ਇਹ ਉਹ ਸੱਚ ਦਾ ਕਿਲਾ ਹੈ, ਜੇ ਇਸ ਦਾ ਓਟ ਆਸਰਾ ਲੈ ਲਵੋਗੇ, ਦੁਨੀਆ ਦਾ ਕੋਈ ਤਸਕਰ ਤੁਹਾਡੀ ਵਸਤੂ ਨੂੰ ਚੋਰੀ ਨਹੀਂ ਕਰ ਸਕੇਗਾ। ਜੇ ਇਸ ਸੱਚ ਦੇ ਕਿਲੇ ਦਾ ਆਸਰਾ ਤੱਕੋਗੇ, ਤੁਹਾਡੀਆਂ ਇੱਜ਼ਤਾਂ ਮਹਿਫੂਜ਼ ਰਹਿ ਜਾਣਗੀਆਂ। ਜੇ ਇਸ ਕਿਲੇ ਦਾ ਓਟ ਆਸਰਾ ਤੱਕ ਲਵੋਗੇ, ਦੁਨੀਆ ਦੀਆਂ ਆਫਤਾਂ ਤੋਂ ਬਚ ਜਾਓਗੇ। ਗੁਰਦੇਵ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸੱਚ ਦੇ ਕਿਲੇ ਦੀ ਰਖਵਾਲੀ ਦੀ ਇੱਕ ਕੜੀ ਬਣ ਗਏ ਆਪਣੇ ਪੰਜਵੇਂ ਰੂਪ ਵਿੱਚ, ਗੁਰਦੇਵ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਦੇ ਰੂਪ ਦੇ ਅੰਦਰ। ਮੈਂ ਇੱਕ ਸਵਈਆ ਭੱਟ ਸਾਹਿਬਾਨਾਂ ਦਾ ਆਰੰਭ ਦੇ ਵਿੱਚ ਪੜ੍ਹਿਆ ਹੈ। ਭੱਟ ਸਾਹਿਬਾਨਾਂ ਨੇ ਇਸ ਸਵਈਏ ਦੇ ਵਿੱਚ ਗੁਰਦੇਵ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਬੜੀ ਕੀਮਤੀ ਗੱਲ ਆਖੀ। ਉਹ ਕੀਮਤੀ ਗੱਲ ਕਿਹੜੀ ਹੈ? ਉਹ ਕਹਿੰਦੇ ਵੈਸੇ ਤਾਂ ਸੰਸਾਰ ਦੇ ਸਾਰੇ ਜੀਵਾਂ ਦੇ ਸਰੀਰ ਕੱਚੇ ਨੇ। ਗੁਰੂਦੇਵ ਗੁਰੂ ਅਰਜਨ ਸਾਹਿਬ ਦੀ ਬਾਣੀ ਪੜ੍ਹੀਏ ਨਾ ਤਾਂ ਉੱਥੇ ਇੱਕ ਲਫ਼ਜ਼ ਵਰਤਦੇ, ਕਹਿੰਦੇ ਕਾਚੀ ਦੇ। ਆ ਜਿਹੜਾ ਸਰੀਰ ਹੈ ਨਾ, ਇਹ ਕੱਚੀ ਦੇਹੀ ਹੈ। ਕੱਚੀ ਦਾ ਮਤਲਬ ਬਿਨਸਨਾਰ ਹੈ, ਖਤਮ ਹੋ ਜਾਵੇਗੀ। ਇਹ ਸਮੇਂ ਦੀਆਂ ਝਾਲਾਂ ਝੱਲਣ ਜੋਗੀ ਨਹੀਂ। ਕਿਸੇ ਵੇਲੇ ਅਜਿਹੀ ਆਫਤ ਆ ਸਕਦੀ ਹੈ, ਸਰੀਰ ਢਹਿ ਢੇਰੀ ਹੋ ਜਾਏਗਾ, ਖਤਮ ਹੋ ਜਾਏਗਾ। ਐ ਤਨ ਢੇਰੀ ਥੀਸੀ, ਫਰੀਦ ਸਾਹਿਬ ਜੀ ਨੇ ਬੜੀ ਸਚਾਈ ਦੀ ਗੱਲ ਕਹੀ। ਪਰ ਉੱਥੇ ਭੱਟ ਸਾਹਿਬਾਨਾਂ ਨੇ ਆਖਿਆ ਹੈ, ਗੁਰੂ ਅਰਜਨ ਸਾਹਿਬ, ਇਹ ਸੰਸਾਰ ਤੇ ਅਣਗਿਣਤ ਲੋਕ ਆਉਂਦੇ ਨੇ, ਆਪਣੇ ਢੰਗ ਮੁਤਾਬਕ ਜੀਵਨ ਜਿਉਂਦੇ ਤੇ ਦੁਨੀਆ ਤੋਂ ਚਲੇ ਜਾਂਦੇ ਨੇ। ਐ ਗੁਰੂ ਅਰਜਨ ਸਾਹਿਬ, ਹਰ ਇੱਕ ਦਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੈ, ਹਰ ਇੱਕ ਦੇ ਅੰਦਰ ਸਵਾਸਾਂ ਦੀ ਰੌਂ ਚੱਲਦੀ ਹੈ। ਪਰ ਮੈਂ ਮਹਿਸੂਸ ਕੀਤਾ ਤੇਰਾ ਜੀਵਨ ਬਾਕੀਆਂ ਨਾਲੋਂ ਬਹੁਤ ਅਮੋਲਕ ਹੈ। ਉੱਥੇ ਉਹਨਾਂ ਲਫ਼ਜ਼ ਵਰਤਿਆ, ਕਹਿੰਦੇ ਸਦ ਜੀਵਨ ਅਰਜਨ ਅਮੋਲ। ਅਮੋਲ ਦਾ ਅਰਥ ਹੁੰਦਾ ਹੈ ਜਿਹੜਾ ਬੇਸ਼ਕੀਮਤੀ ਹੈ, ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਅਮੋਲਕ ਕਿਉਂ ਹੈ, ਇਸ ਗੱਲ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ। ਕਹਿੰਦੇ ਹੈ ਗੁਰੂ ਅਰਜਨ ਸਾਹਿਬ, ਤੁਹਾਡਾ ਜੀਵਨ ਬੜਾ ਅਮੋਲਕ ਹੈ, ਇਹਦਾ ਕੋਈ ਮੁੱਲ ਤੈਅ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਕਿ ਤੁਸੀਂ ਸਦ ਜੀਵਨ, ਸਦਾ ਹੀ ਜਿਉਂਦੇ ਰਹਿਣ ਵਾਲੇ ਹੋ। ਧਿਆਨ ਦਿਓ ਇਸ ਨੁਕਤੇ ਵਾਲੇ ਪਾਸੇ। ਅੱਜ ਅਸੀਂ ਗੁਰਦੇਵ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਮਨ ਅੰਦਰ ਕਿਧਰੇ ਇਹ ਖਿਆਲ ਨਾ ਆ ਜਾਵੇ ਕਿ 1606 ਦੀ 30 ਮਈ ਦੀ ਤਰੀਕ ਨੂੰ ਜਹਾਂਗੀਰੀ ਹਕੂਮਤ ਨੇ ਲਾਹੌਰ ਦੀ ਧਰਤੀ ਦੇ ਉੱਤੇ ਗੁਰਦੇਵ ਨੂੰ ਤੱਤੀ ਤਵੀ ਦੇ ਉੱਤੇ ਬਿਠਾਇਆ, ਸੀਸ ਦੇ ਵਿੱਚ ਗਰਮ ਰੇਤਾ ਪਾਇਆ, ਉਬਲਦੀ ਦੇਗ ਦੇ ਵਿੱਚ ਉਬਾਲਿਆ ਤੇ ਰਾਵੀ ਦਰਿਆ ਦੀ ਭੇਟਾ ਕਰ ਦਿੱਤਾ। ਗੁਰਦੇਵ ਦੇ ਸਰੀਰ ਨੂੰ ਇੰਨੇ ਕਸ਼ਟ ਘਣੇ ਦੇ ਕਰਕੇ ਦੁਨੀਆ ਦੇ ਇਸ ਨਕਸ਼ੇ ਤੋਂ, ਇਸ ਧਰਤੀ ਤੋਂ ਅਰਜਨ ਨਾਮ ਦੇ ਸਰੀਰ ਦਾ ਖਾਤਮਾ ਕਰ ਦਿੱਤਾ। ਪਰ ਕਿਧਰੇ ਇਹ ਖਿਆਲ ਮਨ ਵਿੱਚ ਨਾ ਆ ਜਾਏ ਕਿ ਗੁਰਦੇਵ ਗੁਰੂ ਅਰਜਨ ਸਾਹਿਬ ਦੀ ਹਸਤੀ ਮਿਟ ਗਈ ਹੈ, ਉਹਨਾਂ ਦੀ ਹੋਂਦ ਖਤਮ ਹੋ ਗਈ। ਇਸੇ ਗੱਲ ਦਾ ਜ਼ਿਕਰ ਭੱਟ ਸਾਹਿਬਾਨਾਂ ਨੇ ਪਹਿਲਾਂ ਕਰ ਦਿੱਤਾ ਹੈ। ਉਹ ਕਹਿੰਦੇ ਗੁਰਦੇਵ ਗੁਰੂ ਅਰਜਨ ਸਾਹਿਬ, ਤੁਸੀਂ ਅਮੋਲਕ ਇਸ ਕਰਕੇ ਹੋ। ਦੁਨੀਆ ਦੇ ਲੋਕ ਇਸ ਧਰਤੀ ਤੇ ਆਉਂਦੇ ਸਮੇਂ ਦੀ ਗਰਦਿਸ਼ ਦੇ ਵਿੱਚ ਅਲੋਪ ਹੋ ਜਾਂਦੇ ਨੇ, ਸਮੇਂ ਦੀ ਧੂੜ ਉਹਨਾਂ ਦੇ ਨਾਵਾਂ ਤੇ ਜੰਮ ਜਾਂਦੀ ਹੈ, ਉਹਨਾਂ ਦੀਆਂ ਹਸਤੀਆਂ ਮਿਟ ਜਾਂਦੀਆਂ ਨੇ, ਉਹਨਾਂ ਦੀ ਹੋਂਦ ਤੋਂ ਕੋਈ ਜਾਣੂ ਨਹੀਂ ਹੁੰਦਾ। ਪਰ ਤੁਸੀਂ ਇਸ ਸੰਸਾਰ ਦੇ ਵਿੱਚ ਆਏ ਹੋ ਪਰ ਗਏ ਨਹੀਂ। ਤੁਸੀਂ ਇਸ ਧਰਤੀ ਤੇ ਆਏ ਹੋ ਪਰ ਗਏ ਨਹੀਂ ਹੋ। ਤੁਹਾਡਾ ਸਰੀਰ ਭਲੇ ਨਸ਼ਟ ਕਰ ਦਿੱਤਾ ਗਿਆ, ਪਰ ਤੁਹਾਡੀ ਹੋਂਦ, ਤੁਹਾਡੀ ਹਸਤੀ ਨੂੰ ਕੋਈ ਖਤਮ ਨਹੀਂ ਕਰ ਸਕਿਆ। ਅਸੀਂ ਇਸੇ ਗੱਲ ਦੀ ਵਿਚਾਰ ਦੇ ਵਿੱਚ ਪੈਣਾ। ਧਿਆਨ ਦਿਓ, ਸ਼ਹੀਦ ਦਾ ਰੁਤਬਾ ਜਿਹੜਾ ਹੈ ਨਾ, ਇਸੇ ਕਰਕੇ ਵੱਖਰਾ ਹੁੰਦਾ ਹੈ। ਉਹ ਸਰੀਰ ਕਰਕੇ ਮਰਦਾ ਹੈ ਪਰ ਹਮੇਸ਼ਾ ਜਿਉਂਦਾ ਹੈ। ਦੁਨੀਆ ਸਰੀਰ ਕਰਕੇ ਜਿਉਣ ਨੂੰ ਚੰਗਾ ਮੰਨਦੀ ਹੈ ਤੇ ਸਮਝੌਤੇ ਕਰਦੀ ਹੈ, ਪੈਰ ਪੈਰ ਦੇ ਉੱਤੇ ਝੂਠ ਦੇ ਨਾਲ, ਫਿਰ ਵੀ ਮਰ ਜਾਂਦੀ ਹੈ, ਫਿਰ ਵੀ ਖਤਮ ਹੋ ਜਾਂਦੀ ਹੈ।
ਔਰ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਇਸ ਨੁਕਤੇ ਦੇ ਉੱਤੇ ਤਾਂ ਕਿ ਗੱਲ ਸਾਨੂੰ ਸਮਝ ਆ ਜਾਏ। ਇਹ ਘਟਨਾ ਕੋਈ 30 ਮਈ 1606 ਦੀ ਨਹੀਂ, ਇਹ ਤਾਂ ਇੱਕ ਘਟਨਾ ਇਸ ਦਿਨ ਵਾਪਰ ਗਈ, ਰਿਜ਼ਲਟ ਨਿਕਲ ਆਇਆ ਇਸ ਦਿਨ। 30 ਮਈ 1606 ਦਾ ਦਿਨ ਰਿਜ਼ਲਟ ਦਾ ਦਿਨ ਹੈ, ਇਸ ਦਿਨ ਨਤੀਜਾ ਆਇਆ ਸਰਕਾਰ ਵੱਲੋਂ। ਪਰ ਇਹ ਪੇਪਰ ਤਾਂ ਬੜਾ ਪੁਰਾਣਾ ਪੈਂਦਾ ਆ ਰਿਹਾ। ਆਓ ਮੈਂ ਤੁਹਾਨੂੰ ਇਤਿਹਾਸ ਦੇ ਉਸ ਪੰਨੇ ਵਾਲੇ ਪਾਸੇ ਲੈ ਸਕਾਂ। ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 10 ਸਾਲ ਦੀ ਉਮਰ ਦੇ ਅੰਦਰ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਮੇਰੇ ਹਜ਼ੂਰ ਨੇ ਉਸ ਵਿਚਾਰਧਾਰਾ ਦੀ ਨੀਂਹ ਇਸ ਧਰਤੀ ਦੇ ਉੱਤੇ ਰੱਖੀ ਜਿਹੜੀ ਵਿਚਾਰਧਾਰਾ ਦੁਨੀਆ ਦੇ ਮਜ਼ਹਬਾਂ ਦੀ ਕੈਦ ਨੂੰ ਤੋੜਦੀ ਹੈ, ਜਿਹੜੀ ਵਿਚਾਰਧਾਰਾ ਜ਼ਿਹਨੀ ਤੇ ਮਾਨਸਿਕ ਗੁਲਾਮੀ ਤੋਂ ਬੰਦੇ ਨੂੰ ਬਾਹਰ ਕੱਢਦੀ ਹੈ, ਜਿਹੜੀ ਵਿਚਾਰਧਾਰਾ ਸ਼ੁੱਧ ਰੂਪ ਵਿੱਚ ਇਸ ਮਨੁੱਖ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾਉਂਦੀ ਹੈ। ਮੇਰੇ ਹਜ਼ੂਰ ਦਾ ਅੱਜ ਆਨੰਦ ਕਾਰਜ ਹੋਣਾ ਹੈ। ਗੁਰਦੇਵ ਗੁਰੂ ਨਾਨਕ ਸਾਹਿਬ ਆਪਣੇ ਸਾਕ ਸੰਬੰਧੀਆਂ ਦੇ ਸਮੇਤ, ਬਰਾਤੀਆਂ ਦੇ ਸਮੇਤ ਬਟਾਲੇ ਨਗਰ ਦੇ ਵਿੱਚ ਪਹੁੰਚ ਗਏ। ਮੂਲ ਚੰਦ ਜੀ ਦੀ ਪੁੱਤਰੀ ਬੀਬੀ ਸੁਲੱਖਣੀ ਦੇ ਨਾਲ ਅੱਜ ਆਨੰਦ ਕਾਰਜ ਹੋਣ ਲੱਗਿਆ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦਾ। ਮੇਰੇ ਹਜ਼ੂਰ ਨੇ ਵੇਖਿਆ ਪੁਰਾਤਨ ਰਸਮਾਂ ਰਿਵਾਜ ਇੱਥੇ ਬੜੇ ਭਾਰੀ ਨੇ, ਤੇ ਉਹ ਲਾਬੀ ਜਿਹੜੀ ਚਾਹੁੰਦੀ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਵਿਚਾਰਾਂ ਦੇ ਵਹਿਣ ਨੂੰ ਬਦਲ ਲੈਣ, ਅੱਜ ਬਟਾਲੇ ਦੀ ਧਰਤੀ ਤੇ ਉਹਨਾਂ ਨੂੰ ਇੱਕ ਮੌਕਾ ਮਿਲਿਆ। ਬੜੀ ਚੌੜੀਆਂ ਕੰਧਾਂ ਹੁੰਦੀਆਂ ਸਨ ਪੁਰਾਣੇ ਸਮੇਂ ਦੀਆਂ, ਜਿਨ੍ਹਾਂ ਤੇ ਬੰਦਾ ਦੌੜ ਸਕਦਾ ਸੀ। ਬਜ਼ੁਰਗ ਬੜੀ ਚੰਗੀ ਤਰ੍ਹਾਂ ਜਾਣਦੇ ਨੇ, ਔਰ ਇਹ ਵੀ ਜਾਣਦੇ ਨੇ ਪੁਰਾਣੇ ਸਮਿਆਂ ਦੇ ਅੰਦਰ ਵਿਆਹ ਸ਼ਾਦੀਆਂ ਦੇ ਉੱਤੇ ਔਰਤਾਂ ਸਿੱਠਣੀਆਂ ਦਿਆ ਕਰਦੀਆਂ ਸਨ, ਮਖੌਲ ਤੇ ਮਜ਼ਾਕ ਕਰਿਆ ਕਰਦੀਆਂ ਸਨ। ਪਰ ਮੇਰੇ ਬਜ਼ੁਰਗ ਇਹ ਵੀ ਜਾਣਦੇ ਹੋਣਗੇ ਉਹ ਮਜ਼ਾਕ ਉੱਥੋਂ ਤੱਕ ਸੀਮਤ ਹੁੰਦਾ ਸੀ ਜਿੱਥੋਂ ਤੱਕ ਕਿਸੇ ਦੀ ਜਾਨ ਨੂੰ ਤੇ ਇੱਜ਼ਤ ਨੂੰ ਖਤਰਾ ਨਾ ਹੋਵੇ। ਧਿਆਨ ਦਿਓ, ਉਹ ਮਜ਼ਾਕ ਕਦੇ ਇਹੋ ਜਿਹਾ ਨਹੀਂ ਸੀ ਹੁੰਦਾ ਕਿ ਕਿਸੇ ਦੀ ਜਾਨ ਚਲੀ ਜਾਏ। ਮਜ਼ਾਕ ਕਰਨ ਦੀ ਇੱਕ ਹੱਦ ਹੋਇਆ ਕਰਦੀ ਸੀ ਇਹ ਉਸ ਸੱਭਿਆਚਾਰ ਦੇ ਅੰਦਰ। ਪਰ ਮੈਂ ਜੋ ਬੇਨਤੀ ਕਰਨ ਜਾ ਰਿਹਾ ਥੋੜਾ ਧਿਆਨ ਨਾਲ ਸੁਣਨਾ, ਕਿਉਂਕਿ ਇਤਿਹਾਸ ਦੀ ਘਟਨਾ ਜਿਸ ਰੂਪ ਵਿੱਚ ਅਸੀਂ ਮੰਨ ਲਈ, ਕੋਈ ਜ਼ਰੂਰੀ ਨਹੀਂ ਕਿ ਉਹ ਉਵੇਂ ਸੱਚ ਹੋਵੇ, ਅਸੀਂ ਉਹਦੀ ਤਹਿ ਤੱਕ ਜਾਣਾ ਹੈ। ਗੁਰਦੇਵ ਗੁਰੂ ਨਾਨਕ ਸਾਹਿਬ ਨੇ ਰਸਮਾਂ ਰਿਵਾਜ਼ਾਂ ਦਾ ਖੰਡਨ ਕਰਕੇ ਆਖਿਆ ਕਿ ਮੇਰੇ ਆਨੰਦ ਕਾਰਜ, ਮੇਰਾ ਵਿਆਹ ਵੇਦੀ ਦੇ ਦੁਆਲੇ ਨਹੀਂ ਹੋਵੇਗਾ। ਗੁਰੂ ਨਾਨਕ ਦਾ ਸੱਚ, ਗੁਰੂ ਨਾਨਕ ਦਾ ਤਰਕ ਬੜਾ ਵੱਡਾ ਹੈ। ਬਟਾਲੇ ਦੀ ਉਹ ਚੌੜੀ ਕੰਧ ਜਿਸ ਦੇ ਨਾਲ ਹੀ ਸਤਿਗੁਰਾਂ ਦਾ ਪਲੰਘਾ ਡਾਹ ਗਈ ਉੱਤੇ ਉਸ ਸਹੁਰੇ ਪਰਿਵਾਰ ਨੇ ਆਪਣੇ ਹੋਣਹਾਰ ਜਵਾਈ ਨੂੰ ਬਿਠਾ ਰੱਖਿਆ। ਉਹ ਕੌਣ ਲੋਕ ਸਨ ਜਿਹੜੇ ਚਾਹੁੰਦੇ ਸਨ ਕਿ ਇਹ ਚੌੜੀ ਤੇ ਭਾਰੀ ਭਰਕਮ ਕੰਧ ਡਿੱਗ ਪਏ ਅਗਰ ਨਾਨਕ ਦੇ ਉੱਤੇ, ਤਾਂ ਹੋ ਸਕਦਾ ਹੈ ਨਾਨਕ ਦੀ ਹੋਂਦ, ਨਾਨਕ ਦੀ ਹਸਤੀ ਦਾ ਹਮੇਸ਼ਾ ਵਾਸਤੇ ਸਫਾਇਆ ਹੋ ਜਾਏ। ਪਰ ਕਰਤਾਰ ਦੀ ਕੁਦਰਤ ਹੈ, ਉਹ ਚੌੜੀ ਕੰਧ ਨੂੰ ਇੰਨਾ ਬਲ ਨਾ ਮਿਲ ਸਕਿਆ ਕਿ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਤੇ ਉਲਟ ਪੈਂਦੀ, ਔਰ ਕੁਦਰਤ ਨੇ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੀ ਉੱਥੇ ਵੀ ਆਪਣਾ ਪੁੱਤਰ ਜਾਣ ਕੇ ਰੱਖਿਆ ਕਰ ਲਈ। ਇਹ ਯਤਨ ਸਨ ਜਿਹੜੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਹੋਂਦ ਨੂੰ ਮਿਟਾਉਣਾ ਚਾਹੁੰਦੇ ਸਨ। ਇਸ ਸੱਚ ਦੇ ਕਿਲੇ ਨੂੰ ਮਲਬੇ ਦਾ ਢੇਰ ਬਣਾ ਦੇਣ ਦੀ ਕਵਾਇਦ ਚੱਲ ਰਹੀ ਸੀ। ਆਓ ਖਡੂਰ ਦੀ ਧਰਤੀ ਵੱਲ ਜ਼ਰਾ ਧਿਆਨ ਮਾਰੋ। ਹਮਾਯੂ ਹਾਰ ਕੇ ਪਾਣੀਪਤ ਦੇ ਮੈਦਾਨ ਤੋਂ ਸ਼ੇਰਸ਼ਾਹ ਸੂਰੀ ਦੇ ਕੋਲੋਂ ਭੱਜਿਆ ਆ ਰਿਹਾ ਹੈ। ਗੋਇੰਦਵਾਲ ਦੀ ਧਰਤੀ ਤੇ ਉਸਨੇ ਪੈਰ ਪਾਏ। ਉਸ ਦੇ ਅਹਿਲਕਾਰਾਂ ਦੇ ਨਾਲ ਉੱਚੀਆਂ ਜ਼ਾਤੀਆਂ ਵਾਲਿਆਂ ਨੇ, ਕੁਝ ਬ੍ਰਾਹਮਣਾਂ ਤੇ ਕਾਜ਼ੀਆਂ ਨੇ, ਕੁਝ ਹੋਰ ਚੌਧਰੀਆਂ ਨੇ ਆਪਣੀ ਗੱਲ ਉਹਨਾਂ ਅਹਿਲਕਾਰਾਂ ਦੇ ਰਾਹੀਂ ਹਮਾਯੂ ਦੇ ਕੰਨਾਂ ਤੱਕ ਪਹੁੰਚਾਈ ਕਿ ਹਮਾਯੂ ਬਾਦਸ਼ਾਹ ਇੱਥੇ ਇੱਕ ਬਹੁਤ ਆਲਾ ਫਕੀਰ ਗੁਰੂ ਅੰਗਦ ਸਾਹਿਬ ਜੀ ਰਹਿੰਦੇ ਹਨ, ਜੇ ਉਹ ਤੁਹਾਡੇ ਲਈ ਦੁਆ ਕਰ ਦੇਣ ਤਾਂ ਹੋ ਸਕਦਾ ਤੁਹਾਡੀ ਜਿੱਤ ਹੋ ਜਾਏ, ਇਹ ਮੁਸ਼ਕਲ ਦਿਨ ਤੁਹਾਡੇ ਕੱਟੇ ਜਾਣ। ਪਰ ਉਹ ਫਕੀਰ ਅਜੇ ਹੈ ਜਿਹੜਾ ਮਜ਼ਹਬਾਂ ਦੀ ਕਾਣ ਨੂੰ ਨਹੀਂ ਮੰਨਦਾ, ਕਿਸੇ ਦੀ ਬਾਦਸ਼ਾਹਤ ਦੇ ਅੱਗੇ ਗੋਡੇ ਟੇਕਣ ਲਈ ਤਿਆਰ ਨਹੀਂ। ਇੰਨੇ ਕੰਨ ਭਰ ਦਿੱਤੇ ਗਏ ਉਸ ਹਮਾਯੂ ਦੇ, ਉਹ ਗੁਰਦੇਵ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਆਇਆ ਹੈ, ਪਰ ਕਿਸੇ ਨਿਮਰਤਾ ਕਰਕੇ ਨਹੀਂ, ਮਹਿਮਾਨ ਬਣ ਕੇ ਨਹੀਂ ਆਇਆ ਕਿ ਉਹਦੀ ਮਹਿਮਾਨ ਨਿਵਾਜ਼ੀ ਕੀਤੀ ਜਾਂਦੀ। ਉਹਦਾ ਇੱਕ ਹੱਥ ਤਲਵਾਰ ਦੇ ਮੁੱਠੇ ਤੇ ਹੈ, ਉਹਦੇ ਦਿਮਾਗ ਦੇ ਵਿੱਚ ਗਲਤ ਖਿਆਲ ਘੁੰਮ ਰਹੇ ਨੇ, ਉਹਦੀਆਂ ਅੱਖਾਂ ਦੇ ਵਿੱਚ ਗੁੱਸਾ ਹੈ, ਔਰ ਮਾਨੋ ਸ਼ੇਰਸ਼ਾਹ ਸੂਰੀ ਦਾ ਸਾਰਾ ਗੁੱਸਾ ਅੱਜ ਗੁਰੂ ਅੰਗਦ ਸਾਹਿਬ ਦੇ ਉੱਤੇ ਕੱਢਣਾ ਚਾਹੁੰਦਾ ਹੈ, ਨਾਜ਼ਲ ਕਰਨਾ ਚਾਹੁੰਦਾ ਹੈ। ਮੇਰੇ ਹਜ਼ੂਰ ਨੇ ਮਿੱਠੀ ਆਵਾਜ਼ ਦੇ ਵਿੱਚ ਇੰਨਾ ਹੀ ਆਖਿਆ, ਹਮਾਯੂ ਕਿੰਨਾ ਚੰਗਾ ਹੁੰਦਾ ਇਸੇ ਜੋਸ਼ ਨਾਲ, ਇਸੇ ਗੈਰਤ ਨਾਲ ਤੇਰੀ ਇਹ ਤਲਵਾਰ ਉਸ ਮੈਦਾਨ ਦੇ ਵਿੱਚ ਚਲਦੀ ਤਾਂ ਨਤੀਜੇ ਉਸ ਲੜਾਈ ਦੇ ਕੁਝ ਵੱਖਰੇ ਹੁੰਦੇ। ਪਰ ਅਫਸੋਸ ਤੇਰਾ ਇਹ ਜੋਸ਼, ਤੇਰੀ ਇਹ ਗੈਰਤ ਤੇ ਤੇਰੀ ਇਹ ਤਲਵਾਰ
ਅੱਜ ਗਲਤ ਥਾਂ ਦੇ ਉੱਤੇ ਆ ਕੇ ਖਲੋਤੀ ਹੈ। ਗੁਰਦੇਵ ਦੇ ਬਚਨਾਂ ਦੇ ਨਾਲ ਹੁਮਾਯੂੰ ਦਾ ਮਨ ਬਦਲ ਜ਼ਰੂਰ ਗਿਆ, ਪਰ ਜ਼ਰਾ ਧਿਆਨ ਦਿਓ, ਜਦੋਂ ਤਲਵਾਰ ਦੇ ਮੁੱਠੇ ਤੇ ਹੱਥ ਹੈ, ਮਨ ਦੇ ਅੰਦਰ ਗਲਤ ਖਿਆਲ ਜੋ ਲੋਕਾਂ ਭਰ ਦਿੱਤੇ ਨੇ, ਅੱਖਾਂ ਦੇ ਵਿੱਚ ਕ੍ਰੋਧ ਤੇ ਗੁਰੂ ਅੰਗਦ ਸਾਹਿਬ ਤੇ ਉਹ ਤਲਵਾਰ ਉੱਠਣ ਲੱਗੀ ਹੈ, ਇਹ ਨਤੀਜਾ ਉਸ ਦਿਨ ਨਿਕਲ ਨਾ ਸਕਿਆ। ਗੁਰਦੇਵ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਦੇ ਖਿਲਾਫ ਅਕਬਰ ਦੇ ਦਰਬਾਰ ਦੇ ਵਿੱਚ ਇਹ ਮਹਿਜ਼ਰਨਾਮਾ ਦਾਖਲ ਕੀਤਾ ਗਿਆ, ਇਹ ਸ਼ਿਕਾਇਤਨਾਮਾ ਦਾਖਲ ਕੀਤਾ ਗਿਆ ਪੰਡਤਾਂ ਵੱਲੋਂ, ਬ੍ਰਾਹਮਣਾਂ ਵੱਲੋਂ, ਖੱਤਰੀਆਂ ਉੱਚੀਆਂ ਜ਼ਾਤਾਂ ਵੱਲੋਂ, ਔਰ ਕਾਜ਼ੀ ਮੌਲਾਣੇ ਸਭਨਾਂ ਨੇ ਰਲ ਕੇ ਆਪਣਾ ਇੱਕ ਡੈਪੂਟੇਸ਼ਨ ਬਣਾ ਕੇ ਅਕਬਰ ਦੇ ਦਰਬਾਰ ਦੇ ਵਿੱਚ ਦਰਖਾਸਤ ਦਿੱਤੀ। ਕਹਿਣ ਲੱਗੇ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਰ ਧਰਮ ਦੀ ਮਰਿਆਦਾ ਨੂੰ ਭੰਗ ਕਰਦਾ ਹੈ, ਇਹ ਆਪਣੀ ਬਾਣੀ ਨੂੰ ਸੱਚੀ ਆਖਦਾ ਹੈ, ਬਾਕੀ तमाम ਗ੍ਰੰਥਾਂ ਦੀ ਬਾਣੀ ਨੂੰ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਆਖਦਾ ਹੈ। ਇਹ ਮਜ਼ਹਬਾਂ ਦੀ ਕਾਣ ਨੂੰ ਮੇਟ ਕੇ ਬ੍ਰਾਹਮਣ ਤੇ ਸ਼ੂਦਰ ਨੂੰ ਇੱਕ ਥਾਂ ਬਿਠਾ ਕੇ ਰੋਟੀ ਖਵਾਉਂਦਾ ਹੈ, ਔਰ ਇਸ ਨੇ ਆਪਣੇ ਦਰਬਾਰ ਵੱਲੋਂ ਇਹ ਐਲਾਨ ਜਾਰੀ ਕੀਤਾ ਹੈ ਕਿ ਮੇਰੇ ਕੋਲ ਆਉਣ ਤੋਂ ਪਹਿਲਾਂ ਪੰਗਤ ਵਿੱਚ ਬੈਠਣਾ ਹੋਵੇਗਾ। ਇਸ ਦੀ ਇਸ ਸ਼ਰਤ ਨੂੰ ਮੰਨਣ ਵਾਸਤੇ ਮੋਮਨ ਤੇ ਕਾਫਰ ਇੱਕ ਥਾਂ ਦੇ ਉੱਤੇ ਬੈਠ ਕੇ ਪ੍ਰਸ਼ਾਦਾ ਛਕਦੇ ਨੇ। ਇਹ ਗੁਰੂ ਅਮਰਦਾਸ ਸਾਹਿਬ ਹਰ ਮਜ਼ਹਬ ਦੀ ਮਰਿਆਦਾ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੈ। ਇਹ ਸਿਮਰਤੀਆਂ ਦੀਆਂ ਹੱਦਾਂ ਨੂੰ ਤੋੜ ਰਿਹਾ ਹੈ, ਇਹ ਸ਼ਰ੍ਹਾ ਦੀ ਬੰਦਿਸ਼ ਦੇ ਵਿੱਚੋਂ ਮਨੁੱਖ ਦੀ ਸੁਰਤ ਨੂੰ ਕੱਢ ਰਿਹਾ ਹੈ। ਇਸ ਕਰਕੇ ਇਹਦੇ ਸਾਡੇ ਨਾਲ ਇਹਨੂੰ ਸਾਫ਼ ਕੀਤਾ ਜਾਏ। ਗੁਰਦੇਵ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਦੇ ਕੋਲ ਸਭ ਤੋਂ ਅਜ਼ੀਜ਼ ਤੇ ਸਭ ਤੋਂ ਕੀਮਤੀ ਸੋਚ ਵਾਲੇ ਵਿਅਕਤੀ ਭਾਈ ਜੇਠਾ ਜੀ, ਜਿਹੜੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਣੇ, ਸਤਿਗੁਰਾਂ ਨੇ ਉਹਨਾਂ ਨੂੰ ਚੁਣਿਆ ਤੇ ਲਾਹੌਰ ਭੇਜਿਆ। ਭਾਈ ਜੇਠਾ ਜੀ ਨੇ ਉੱਥੇ ਜਾ ਕੇ ਸਿੱਖ ਧਰਮ ਦੇ ਅਕੀਦੇ ਤੇ ਅਸੂਲ ਦੀ ਵਿਆਖਿਆ ਕੀਤੀ। ਗੱਲ ਅਕਬਰ ਦੇ ਮੰਨਣ ਦੇ ਵਿੱਚ ਆ ਗਈ, ਰਿਜ਼ਲਟ ਉਹ ਨਿਕਲ ਨਾ ਸਕਿਆ ਜੋ ਉਹ ਤਾਕਤਾਂ ਰਿਜ਼ਲਟ ਕੱਢਣਾ ਚਾਹੁੰਦੀਆਂ ਸਨ। ਅੱਜ ਗੁਰੂ ਰਾਮਦਾਸ ਸਾਹਿਬ ਜੀ ਤੋਂ ਬਾਅਦ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਰਾਜਮਾਨ ਹੋਏ। ਦੋ ਗੁਰਸਿੱਖਾਂ ਨੇ ਗਵਾਹੀ ਭਰ ਦਿੱਤੀ, ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਉਗਵਣੋਂ ਤੇ ਆਥ ਬਣੋ। ਜਿੱਥੋਂ ਸੂਰਜ ਚੜ੍ਹਦਾ, ਜਿੱਥੇ ਜਾ ਕੇ ਸੂਰਜ ਅਸਤ ਹੁੰਦਾ ਹੈ, ਮਤਲਬ ਇਸ ਸਾਰੀ ਧਰਤੀ ਦੇ ਉੱਤੇ ਉਗਵਣੋਂ ਤੇ ਆਥ ਬਣੋ, ਚੌਂ ਚੱਕੀ ਕੀਨ ਲੋਆ। ਚੌਂ ਚੱਕੀ ਕੀਨ ਲੋਆ ਦਾ ਭਾਵ ਜ਼ਰਾ ਬੜੇ ਧਿਆਨ ਦੇ ਨਾਲ ਸਮਝਣਾ। ਗੁਰਦੇਵ ਗੁਰੂ ਅਰਜਨ ਸਾਹਿਬ ਦਾ ਪ੍ਰਭਾਵ ਇਸ ਧਰਤੀ ਤੇ ਐਵੇਂ ਪਸਰ ਰਿਹਾ ਹੈ ਜਿਵੇਂ ਸੂਰਜ ਆਪਣੀ ਚਮਕ ਲੈ ਕੇ ਪੂਰਬ ਵਾਲੀ ਦਿਸ਼ਾ ਦੇ ਵਿੱਚੋਂ ਪ੍ਰਗਟ ਹੁੰਦਾ ਹੈ ਤੇ ਪੱਛਮ ਦੀ ਦਿਸ਼ਾ ਦੇ ਵਿੱਚ ਜਾ ਕੇ ਅਸਤ ਹੋ ਜਾਂਦਾ ਹੈ। ਸਾਰਾ ਦਿਨ ਉਸ ਦੀ ਚਮਕ ਬਰਕਰਾਰ ਰਹਿੰਦੀ ਹੈ ਤੇ ਦਿਨ ਚੜ੍ਹਿਆ ਰਹਿੰਦਾ ਹੈ। ਗੁਰਦੇਵ ਗੁਰੂ ਅਰਜਨ ਸਾਹਿਬ ਨੇ ਗੁਰਸਿੱਖੀ ਦੇ ਪ੍ਰਚਾਰ ਦਾ ਦਿਨ ਚੜ੍ਹਾਈ ਰੱਖਿਆ, ਜਿੰਨਾ ਸਮਾਂ ਉਹ ਜੀਵਤ ਰਹੇ ਇਸ ਧਰਤੀ ਤੇ ਸਰੀਰ ਰੂਪ ਦੇ ਵਿੱਚ। ਪਰ ਦਿਨ ਦੀ ਰੌਸ਼ਨੀ 'ਚ ਉੱਲੂ ਨੂੰ ਬਹੁਤ ਪਰੇਸ਼ਾਨੀ ਹੈ, ਉਹ ਰਾਤ ਦੇ ਹਨੇਰੇ 'ਚ ਵੇਖਦਾ ਹੈ, ਦਿਨ ਦੀ ਰੌਸ਼ਨੀ ਦੇ ਵਿੱਚ ਕਹਿੰਦੇ ਉਹ ਅੰਨਾ ਹੋ ਜਾਂਦਾ ਹੈ, ਉਹਨੂੰ ਦਿਖਾਈ ਨਹੀਂ ਦਿੰਦਾ। ਇਸ ਕਰਕੇ ਉਹ ਚਾਹੁੰਦਾ ਕਿ ਹਮੇਸ਼ਾ ਘਣਾ ਹਨੇਰਾ ਪਸਰਿਆ ਰਹੇ, ਦਿਨ ਨਹੀਂ ਚੜ੍ਹਨਾ ਚਾਹੀਦਾ, ਕਿਉਂਕਿ ਇਹ ਮੇਰੇ ਲਈ ਖਤਰਨਾਕ ਹੈ, ਮੇਰੇ ਮੁਤਾਬਕ ਠੀਕ ਨਹੀਂ ਹੈ। ਉਹ ਯਤਨ ਕਰਦਾ ਰਿਹਾ ਇਹ ਸੱਚ ਦਾ ਸੂਰਜ ਕਿਸੇ ਤਰੀਕੇ ਦੇ ਨਾਲ ਅਸਤ ਕਰ ਦਿੱਤਾ ਜਾਏ, ਇਹ ਹਮੇਸ਼ਾ ਦੇ ਲਈ ਦੁਨੀਆ ਦੀਆਂ ਨਜ਼ਰਾਂ ਤੋਂ ਓਲੇ ਹੋ ਜਾਏ, ਇਸ ਧਰਤੀ ਤੇ ਕਾਲੀ ਬੋੜੀ ਰਾਤ ਤੇ ਹਨੇਰਾ ਮੱਸਿਆ ਵਰਗਾ ਘਣਾ ਪਸਰਿਆ ਰਹੇ, ਤਾਂ ਕਿ ਕੋਈ ਮਨੁੱਖ ਆਪਣਾ ਰਸਤਾ ਲੱਭ ਨਾ ਸਕੇ। ਜਿਸ ਰਸਤਾ ਲੱਭਣਾ ਹੋਵੇ ਉਹ ਬ੍ਰਾਹਮਣ ਦੀ ਉਂਗਲੀ ਪਕੜੇ, ਜਿਸ ਰਸਤਾ ਲੱਭਣਾ ਉਹ ਕਾਜ਼ੀ ਦਾ ਹੱਥ ਫੜੇ, ਜਿਸ ਰਸਤਾ ਲੱਭਣਾ ਉਹ ਹਕੂਮਤ ਦੇ ਕਦਮਾਂ ਵਿੱਚ ਜਾ ਕੇ ਡਿੱਗੇ। ਰਸਤੇ ਸ਼ਾਤਰ ਲੋਕ ਤੈਅ ਕਰਨਗੇ ਤੇ ਆਮ ਜਨਤਾ ਉਹਨਾਂ ਰਸਤਿਆਂ ਦੇ ਉੱਤੇ ਚੱਲੇਗੀ। ਮੇਰੇ ਸਤਿਗੁਰੂ ਇਹ ਨਹੀਂ ਸਨ ਚਾਹੁੰਦੇ ਕਿ ਸੰਸਾਰ ਦੇ ਲੋਕ ਭੇਡਾਂ ਤੇ ਬੱਕਰੀਆਂ ਵਰਗਾ ਜੀਵਨ ਬਤੀਤ ਕਰਨ। ਉਹ ਮਜ਼ਲੂਮ ਬਣ ਕੇ ਆਪਣੀ ਆਤਮਾ ਨੂੰ ਗਿਰਵੀ ਰੱਖ ਦੇਣ, ਉਹ ਆਪਣੀ ਸੋਚ ਨੂੰ ਕੰਗਾਲ ਕਰਕੇ ਹਮੇਸ਼ਾ ਦੂਜਿਆਂ ਦੇ ਟੁਕੜਿਆਂ ਤੇ ਅਹਿਸਾਨਾਂ ਦੇ ਉੱਤੇ ਪਲਣ, ਜਦੋਂ ਕਿ ਕੁਦਰਤ ਨੇ ਹਰ ਬੰਦੇ ਨੂੰ ਬਰਾਬਰ ਦੇ ਹਕੂਕ ਤੇ ਹੱਕ ਦੇ ਕੇ ਇਸ ਧਰਤੀ ਦੇ ਉੱਤੇ ਭੇਜਿਆ। ਉਹ ਮਨੁੱਖਤਾ ਦੀ ਆਜ਼ਾਦੀ ਦੇ ਅਲੰਬਰਦਾਰ ਗੁਰਦੇਵ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਰ-ਬਾਰ ਉਹ ਨਤੀਜੇ ਕੱਢਣ ਵਾਸਤੇ ਸੁਲਹੀ ਆਉਂਦਾ ਹੈ। ਘਰੋਂ ਖਰੀਦੇ ਹੋਏ ਗਦਾਰ ਪ੍ਰਿਥੀ ਚੰਦ ਵਰਗੇ ਤਾਣ ਲਾਉਂਦੇ ਰਹੇ, ਹਕੂਮਤ ਦੇ ਜ਼ਰ ਖਰੀਦ ਕੱਟ ਪੁਤਲੀਆਂ ਚੰਦੂ ਵਰਗੇ ਤਾਣ ਲਾਉਂਦੇ ਰਹੇ। ਗੁਰਦੇਵ ਗੁਰੂ ਅਰਜਨ ਸਾਹਿਬ ਦੇ ਬਰਾਬਰ ਹੇਹਰ ਪਿੰਡ ਦੇ ਵਿੱਚ ਇੱਕ ਨਵਾਂ ਗੁਰੂ ਘਰ ਰਚ ਲਿਆ ਗਿਆ, ਸਰੋਵਰ ਬਣਾ ਲਿਆ ਗਿਆ, ਗ੍ਰੰਥ ਬਣਾ ਲਿਆ ਗਿਆ। ਮੈਂ ਕਈ ਵਾਰ ਜ਼ਿਕਰ ਕਰਦਾ, ਗੁਰੂ ਕੇ ਪਿਆਰ ਵਾਲਿਓ, ਅਸੀਂ ਇਸ ਗੱਲੋਂ ਬਹੁਤ ਹੀ ਉਦਾਸੀਨ ਹਾਂ। ਅਸੀਂ ਇਨਸਾਫ ਨਹੀਂ ਕੀਤਾ ਇਤਿਹਾਸ ਨੂੰ ਸੁਣ ਕੇ, ਇਤਿਹਾਸ ਨੂੰ ਪੜ੍ਹ ਕੇ। ਜੇ ਕੀਤਾ ਹੁੰਦਾ ਉਹੀ ਘਟਨਾ
ਜਿਹੜੀ ਸਾਡੇ ਗੁਰੂ ਦੇ ਵਕਤ ਇਸ ਧਰਤੀ ਦੇ ਉੱਤੇ ਘਟੀ, ਸਿੱਖ ਮੌਕਾ ਨਾ ਦਿੰਦਾ ਕਿ ਉਹ ਘਟਨਾ ਦੁਬਾਰਾ ਫੇਰ ਘਟ ਸਕੇ। ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਬਰਾਬਰ ਇੱਕ ਨਵਾਂ ਦਰਬਾਰ ਗੇਹਰ ਪਿੰਡ ਦੇ ਵਿੱਚ ਬਣਾ ਲਿਆ ਗਿਆ, ਪ੍ਰਿਥੀ ਚੰਦ ਵੱਲੋਂ ਸਰਕਾਰੀ ਪੈਸੇ ਦੇ ਨਾਲ। ਇੱਕ ਸਰੋਵਰ ਬਣਾ ਲਿਆ ਗਿਆ, ਆਪਣਾ ਇੱਕ ਗ੍ਰੰਥ ਰਚ ਲਿਆ ਗਿਆ। ਬੰਸਾਵਲੀ ਨਾਮੇ 'ਚ ਲਿਖਿਆ, ਮਿਹਰਵਾਨ ਪੁੱਤ ਪਿਰਥੀਏ ਕਾ ਕਵੀਸ਼ਰੀ ਕਰੈ। ਉਹ ਕਵਿਤਾ ਲਿਖਦਾ, ਤਿਨਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ। ਨਾਨਕ ਲਫ਼ਜ਼ ਵਰਤ ਕੇ ਉਹਨ ਵੀ ਕਵਿਤਾ ਰਚ ਕੇ ਇੱਕ ਗ੍ਰੰਥ ਤਿਆਰ ਕਰ ਲਿਆ। ਮਤਲਬ ਗੁਰੂ ਘਰ ਦੇ ਬਰਾਬਰ ਸਾਰਾ ਕੁਝ ਆਪਣਾ ਉਸਨੇ ਟਿਕਾ ਲਿਆ। ਪਰ ਉਹ ਸਿੱਖ ਕਿਤਨੇ ਪੂਜਣ ਦੇ ਯੋਗ ਨੇ। ਉਹਨਾਂ ਸਿੱਖਾਂ ਦਾ ਕਿੰਨਾ ਸਨਮਾਨ ਹੋਣਾ ਚਾਹੀਦਾ ਹੈ ਜਿਹੜੇ ਇਹ ਜਾਣਦੇ ਸਨ ਕਿ ਗੁਰਦੇਵ ਗੁਰੂ ਨਾਨਕ ਸਾਹਿਬ ਦੇ ਸੱਚ ਕਿਲੇ ਦੇ ਬਰਾਬਰ ਇੱਕ ਝੂਠ ਦਾ ਮਹਿਲ ਉਸਰ ਰਿਹਾ ਹੈ, ਜੋ ਸਰਕਾਰ ਦੇ ਪੈਸੇ ਤੇ ਉਸਾਰਿਆ ਜਾ ਰਿਹਾ ਹੈ। ਤੇ ਸਿੱਖ ਨੂੰ ਆਪਣੇ ਗੁਰੂ ਦੀ, ਆਪਣੇ ਮਾਲਕ ਦੀ ਕਿੰਨੀ ਪਛਾਣ ਹੈ, ਉਹ ਗੁੰਮਰਾਹ ਨਹੀਂ ਹੋਇਆ। ਅੱਜ ਦਾ ਸਿੱਖ ਗੁੰਮਰਾਹ ਹੋ ਗਿਆ। ਅੱਜ ਗੁਰਦੇਵ ਗੁਰੂ ਨਾਨਕ ਸਾਹਿਬ ਦੇ ਘਰ ਦੇ ਬਰਾਬਰ, ਸੱਚ ਦੇ ਕਿਲੇ ਦੇ ਬਰਾਬਰ ਝੂਠ ਦੇ ਮਹਿਲ ਖੜੇ ਨੇ, ਜਿਨ੍ਹਾਂ ਨੂੰ ਅਸੀਂ ਪਾਲਿਆ। ਇਸ ਕਰਕੇ ਪਾਲਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੋਚ ਸਾਡੇ ਅੰਦਰ ਨਹੀਂ ਸੀ। ਅਸੀਂ ਗੁਰਬਾਣੀ ਦੇ, ਆਪਣੇ ਇਤਿਹਾਸਕ ਵਿਰਸੇ ਦੇ ਇੰਨੇ ਜਾਣਕਾਰ ਨਹੀਂ ਸਾਂ। ਅਗਿਆਨਤਾ ਦੇ ਵਿੱਚ ਅਸੀਂ ਜ਼ਹਿਰ ਦੇ ਪੌਦਿਆਂ ਨੂੰ ਪਾਣੀ ਪਾਉਂਦੇ ਗਏ। ਅੱਜ ਜਦੋਂ ਸਾਨੂੰ ਉਹਨਾਂ ਦੇ ਫਲ ਖਾਣ ਦੀ ਵਾਰੀ ਆਈ ਹੈ, ਅੱਜ ਸਾਨੂੰ ਤਕਲੀਫ ਹੋ ਰਹੀ ਹੈ। ਅੱਜ ਸਾਨੂੰ ਲੱਗ ਰਿਹਾ ਹੈ ਅਗਰ ਇਸ ਫਲ ਨੂੰ ਸਿੱਖ ਖਾਂਦਾ ਹੈ, ਉਹ ਆਤਮਕ ਮੌਤੇ ਮਰ ਜਾਏਗਾ। ਉਹਦਾ ਇਹ ਚਿਹਰਾ ਤਾਂ ਭਾਵੇਂ ਜਿਉਂਦਾ ਰਹਿ ਜਾਏ, ਪਰ ਉਹਦੀ ਜ਼ਮੀਰ ਉਹ ਨਹੀਂ ਰਹੇਗੀ ਜਿਹੜੀ ਗੁਰੂ ਨਾਨਕ ਨੇ ਉਸ ਦੇ ਅੰਦਰ ਪਾਈ ਹੈ। ਕਿ ਗੁਰਦੇਵ ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ ਜੀ ਦੇ ਬਣਾਏ ਦਰਬਾਰ ਸਾਹਿਬ ਦੇ ਬਰਾਬਰ ਸਾਡੇ ਸਾਧਾਂ ਨੇ ਤੇ ਸਾਡੀਆਂ ਸਰਕਾਰਾਂ ਨੇ ਉਹੋ ਜਿਹਾ ਦਰਬਾਰ ਖੜੇ ਨਹੀਂ ਕੀਤੇ ਨੇ ਨਾ। ਕੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਗ੍ਰੰਥ ਅੱਜ ਪੈਦਾ ਨਹੀਂ ਕੀਤੇ ਗਏ ਨੇ। ਪਰ ਸਿੱਖ ਆਪਣੇ ਇਤਿਹਾਸ ਤੋਂ ਸਬਕ ਨਹੀਂ ਜੇ ਲੈ ਰਿਹਾ। ਬੇਨਤੀ ਕਰਾਂ, ਜੇ ਸਿੱਖ ਨੇ ਆਪਣੇ ਇਤਿਹਾਸ ਤੋਂ ਸਬਕ ਲਿਆ ਹੁੰਦਾ, ਇਤਿਹਾਸ ਨੂੰ ਘੋਖਿਆ ਹੁੰਦਾ, ਇਹ ਮਾਹੌਲ ਪੈਦਾ ਨਾ ਸਨ ਹੋਣ ਦੇਣੇ ਚਾਹੀਦੇ। ਪਰ ਗੁਰਦੇਵ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਲਈ ਉਹ ਨਤੀਜਾ ਕੱਢਣ ਵਾਲੀ ਧਿਰ ਹਮੇਸ਼ਾ ਇਸ ਤਾਕ ਦੇ ਵਿੱਚ ਰਹੀ। ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਡੋਲ ਰਹੇ, ਅਡਿੱਗ ਰਹੇ। ਭਟਕਣਾ ਨਹੀਂ ਸੀ ਉਹਨਾਂ ਦੇ ਅੰਦਰ। ਉਹਨਾਂ ਨੇ ਆਪਣੇ ਕਦਮਾਂ ਨੂੰ ਪੂਰੀ ਤਰ੍ਹਾਂ ਜਮਾ ਕੇ ਰੱਖਿਆ। ਉਹ ਦੁਨੀਆ ਦੀਆਂ ਆਫਤਾਂ ਦਾ ਸਾਹਮਣਾ ਛਾਤੀ ਢਾਹ ਕੇ ਕਰਦੇ ਰਹੇ। ਇਹ ਨਤੀਜਾ ਕੱਢਿਆ ਗਿਆ 30 ਮਈ 1606 ਦੇ ਦਿਨ ਨੂੰ। ਇਹ ਨਤੀਜਾ ਕੱਢਿਆ ਗਿਆ ਪੂਰਾ ਮਾਹੌਲ ਬਣਾ ਕੇ। ਔਰ ਇੱਕ ਮੈਂ ਬੇਨਤੀ ਕਰਾਂ, ਗੁਰਦੇਵ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ 30 ਮਈ 1606 ਤੋਂ ਪਿੱਛੇ ਚਲੇ ਜਾਓ। ਭਾਰਤ ਦੀ ਧਰਤੀ ਦੇ ਉੱਤੇ ਤੁਹਾਨੂੰ ਕਿਸੇ ਆਦਮੀ ਦੇ ਨਾਲ ਇਤਿਹਾਸ ਵਿੱਚ ਸ਼ਹੀਦ ਲਫ਼ਜ਼ ਜੁੜਿਆ ਨਹੀਂ ਮਿਲੇਗਾ। ਧਿਆਨ ਦਿਓ ਇਸ ਨੁਕਤੇ ਵੱਲ। ਉਹ ਸਾਡਾ ਤਾਂ ਵਿਰਸਾ ਇੰਨਾ ਅਮੀਰ ਹੈ, ਅਸੀਂ ਤਾਂ ਚਰਖੇ ਚਲਾਉਣ ਵਾਲਿਆਂ ਦੀਆਂ ਚਪਲੀਆਂ ਝਾੜਨ ਜੋਗੇ ਰਹਿ ਗਏ। ਸਾਡਾ ਵਿਰਸਾ ਉਹ ਹੈ, ਸ਼ਹੀਦ ਲਫ਼ਜ਼ ਨੂੰ ਇੱਥੇ ਖੂਨ ਡੋਲ ਕੇ ਸਾਡੇ ਪੈਗੰਬਰ ਨੇ ਪੈਦਾ ਕੀਤਾ ਹੈ। ਉਸ ਤੋਂ ਪਹਿਲਾਂ ਤੁਸੀਂ 30 ਮਈ 1606 ਤੋਂ ਪਿਛਾਂ ਨੂੰ ਇਤਿਹਾਸ ਪੜ੍ਹਨਾ ਸ਼ੁਰੂ ਕਰੋ। ਭਾਰਤ ਦੀ ਧਰਤੀ ਤੇ ਕਿਸੇ ਆਦਮੀ ਨਾਲ, ਕਿਸੇ ਅਵਤਾਰ ਨਾਲ, ਕਿਸੇ ਪੈਗੰਬਰ ਨਾਲ ਸ਼ਹੀਦ ਲਫ਼ਜ਼ ਨਹੀਂ ਜੁੜਿਆ। ਅੱਜ ਅਸੀਂ ਨਾ ਇੱਕ ਗਲਤੀ ਕਰਦੇ ਹਾਂ ਕਈ ਵਾਰ, ਉਹ ਅਣਜਾਣੇ 'ਚ ਵੀ ਹੁੰਦੀ ਹੈ ਤੇ ਜਾਣਬੁੱਝ ਕੇ ਵੀ ਹੁੰਦੀ ਹੈ। ਉਹ ਕਿਹੜੀ ਗਲਤੀ ਹੈ? ਜਦੋਂ ਸਾਡੇ ਪੋਸਟਰ ਛਪਦੇ ਨੇ, ਇਸ਼ਤਿਹਾਰ ਛਪਦੇ ਨੇ, ਜਾਂ ਕਿਧਰੇ ਸਟੇਜ ਤੋਂ ਸੰਬੋਧਨ ਹੁੰਦਾ, ਇੱਕ ਲਫ਼ਜ਼ ਅਸੀਂ ਵਰਤਦੇ ਹਾਂ, ਬਲੀਦਾਨ। ਮੈਂ ਇੱਕ ਬੇਨਤੀ ਕਰਾਂ ਗੁਰੂ ਪਿਆਰ ਵਾਲਿਓ, ਇਹ ਸਿੱਖ ਸੱਭਿਆਚਾਰ ਦਾ ਲਫ਼ਜ਼ ਨਹੀਂ। ਇਹ ਬਲੀਦਾਨ ਲਫ਼ਜ਼ ਸਨਾਤਨ ਸੰਸਕ੍ਰਿਤੀ ਦਾ ਲਫ਼ਜ਼ ਹੈ। ਇਹ ਕਿੱਥੋਂ ਆਇਆ? ਇਹ ਵੇਦਾਂ ਦੇ ਵਿੱਚੋਂ ਇਹਦਾ ਜਨਮ ਹੋਇਆ। ਵੇਦਾਂ ਦੇ ਵਿੱਚ ਜ਼ਿਕਰ ਹੈ ਅਸ਼ਵਮੇਧ ਯੱਗ, ਉਹ ਯੱਗ ਜਿਹਦੇ ਚ ਘੋੜੇ ਦੀ ਬਲੀ ਦਿੱਤੀ ਜਾਏ। ਨਰਮੇਧ ਯੱਗ, ਉਹ ਯੱਗ ਜਿਹਦੇ ਚ ਮਨੁੱਖ ਦੀ ਬਲੀ ਦਿੱਤੀ ਜਾਏ ਗੈਬੀ ਤਾਕਤਾਂ ਨੂੰ ਖੁਸ਼ ਕਰਨ ਵਾਸਤੇ। ਗੋਮੇਧ ਯੱਗ, ਉਹ ਯੱਗ ਜਿਹਦੇ ਵਿੱਚ ਗਾਂ ਦੀ ਬਲੀ ਦੇ ਕੇ ਗੈਬੀ ਤਾਕਤਾਂ ਦੇਵਤਿਆਂ ਨੂੰ ਖੁਸ਼ ਕਰਕੇ ਉਹਨਾਂ ਤੋਂ ਮਨ ਚਾਹੇ ਮਨ ਇੱਛਤ ਪਦਾਰਥ ਪ੍ਰਾਪਤ ਕਰਨ ਲਈ ਜਿਹੜਾ ਯੱਗ ਕੀਤਾ ਜਾਂਦਾ ਹੈ, ਉੱਥੇ ਇਹਨਾਂ ਦੀ ਬਲੀ ਦਿੱਤੀ ਜਾਂਦੀ ਸੀ। ਉਹ ਦਾਨ ਜਿਹੜਾ ਬਲੀ ਦੇ ਰੂਪ ਦੇ ਵਿੱਚ ਦਿੱਤਾ ਜਾ ਰਿਹਾ, ਉਹਨੂੰ ਕਹਿੰਦੇ ਸਨ ਬਲੀਦਾਨ ਦਿੱਤਾ। ਜਾਂ ਦੇਵੀ ਦੇਵਤਿਆਂ ਦੇ ਸਾਹਮਣੇ, ਜਾਂ ਮੰਦਰਾਂ ਦੇ ਵਿੱਚ, ਜਾਂ ਗੈਬੀ ਤਾਕਤਾਂ ਨੂੰ ਖੁਸ਼ ਕਰਨ ਲਈ ਕੁਝ ਭੇਟਾ ਕਰਨ ਨੂੰ, ਬਲੀ ਦੇਣ ਨੂੰ ਜਿਹੜਾ ਦਾਨ ਦਿੱਤਾ ਜਾਂਦਾ, ਉਹਨੂੰ ਬਲੀਦਾਨ ਕਿਹਾ ਜਾਂਦਾ ਸੀ।
ਸਾਡੇ ਸਤਿਗੁਰਾਂ ਨੇ ਖੂਨ ਡੋਲਿਆ, ਸੀਸ ਕਟਵਾਏ ਨੇ, ਆਪਣੇ ਸਰੀਰ ਦੇ ਉੱਤੇ ਕਸ਼ਟ ਸਹੇ ਨੇ, ਕਿਸੇ ਗੈਬੀ ਤਾਕਤ ਨੂੰ ਖੁਸ਼ ਕਰਨ ਵਾਸਤੇ ਨਹੀਂ, ਕਿਸੇ ਦੇਵਤੇ ਦੇ ਅੱਗੇ ਆਪਣੀ ਬਲੀ ਨਹੀਂ ਦਿੱਤੀ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਜੀਵਨ ਦੀ ਸ਼ਹਾਦਤ ਦਿੱਤੀ ਹੈ। ਉਹਨਾਂ ਦੇ ਲਈ ਜਾਂ ਲਫ਼ਜ਼ ਸ਼ਹਾਦਤ ਵਰਤਿਆ ਜਾ ਸਕਦਾ ਹੈ ਜਾਂ ਕੁਰਬਾਨੀ ਵਰਤਿਆ ਜਾ ਸਕਦਾ ਹੈ। ਬਲੀਦਾਨ ਲਫ਼ਜ਼ ਤਾਂ ਇੰਨਾ ਛੋਟਾ ਹੈ, ਇੰਨਾ ਹੀਣਾ ਹੈ, ਇਹਦੇ ਵਿੱਚ ਅਸਰ ਹੀ ਇੰਨਾ ਨਹੀਂ ਕਿ ਗੁਰੂ ਸਾਹਿਬਾਨ ਤੇ ਸਾਡੇ ਪੁਰਖਿਆਂ ਦੀ ਸ਼ਹਾਦਤ ਦੇ ਨਾਲ ਇਹ ਲਫ਼ਜ਼ ਜੁੜ ਸਕੇ। ਇਹਦੀ ਇੰਨੀ ਔਕਾਤ ਨਹੀਂ ਹੈ। ਇਹਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ। ਮੈਂ ਜ਼ਿਕਰ ਕਰ ਰਿਹਾ ਸਾਂ, ਬਾਰਿਸ਼ ਹੁੰਦੀ ਹੈ ਨਾ, ਜ਼ਮੀਨ ਤਪੀ ਹੋਈ ਹੈ, ਸੜ ਰਹੀ ਹੈ ਧਰਤੀ, ਬਾਰਿਸ਼ ਦਾ ਪਹਿਲਾ ਕਤਰਾ ਡਿੱਗਦਾ ਹੈ, ਉਹਦੀ ਹੋਂਦ ਜ਼ਮੀਨ ਦੇ ਵਿੱਚ ਖਤਮ ਹੋ ਜਾਂਦੀ ਹੈ, ਮਗਰ ਉਸ ਦੇ ਹੋਰ ਕਈ ਬੂੰਦਾਂ ਡਿੱਗਦੀਆਂ ਨੇ, ਉਹਨਾਂ ਦੀ ਹੋਂਦ ਜ਼ਮੀਨ ਦੇ ਵਿੱਚ ਖਤਮ ਹੋ ਜਾਂਦੀ, ਪਾਣੀ ਜ਼ਮੀਨ 'ਚ ਰਿੱਝਦਾ ਹੈ, ਉਹਦੀ ਹੋਂਦ ਮੁੱਕ ਜਾਂਦੀ। ਜਿਹੜਾ ਪਹਿਲਾ ਕਤਰਾ ਜ਼ਮੀਨ ਦੇ ਉੱਤੇ ਆਕਾਸ਼ ਦੇ ਵਿੱਚੋਂ ਬੱਦਲਾਂ ਦੇ ਵਿੱਚੋਂ ਡਿੱਗਦਾ ਹੈ, ਹੌਲੀ ਹੌਲੀ ਜਿਉਂ-ਜਿਉਂ ਕਤਰੇ ਡਿੱਗਦੇ ਨੇ ਜ਼ਮੀਨ ਸਿੰਜੀ ਜਾਂਦੀ ਹੈ, ਗਿੱਲੀ ਹੋ ਜਾਂਦੀ ਹੈ। ਉਹੋ ਹੀ ਮੀਂਹ ਦਾ ਪਾਣੀ ਫਿਰ ਟੋਇਆਂ ਦੇ ਵਿੱਚ ਭਰ ਜਾਂਦਾ ਹੈ, ਸਰੋਵਰ ਭਰ ਜਾਂਦੇ ਨੇ, ਨਦੀਆਂ 'ਚ ਹੜ੍ਹ ਆ ਜਾਂਦਾ ਹੈ। ਪਰ ਇਹ ਹੜ੍ਹ ਤਾਂ ਆਇਆ, ਇਹ ਟੋਏ ਤੇ ਸਰੋਵਰ ਤਾਂ ਭਰੇ ਨੇ ਜਿਹੜਾ ਪਹਿਲਾ ਕਤਰਾ ਪਾਣੀ ਦਾ ਬੱਦਲ ਦੇ ਰਾਹੀਂ ਆਕਾਸ਼ ਤੋਂ ਧਰਤੀ ਤੇ ਡਿੱਗਿਆ ਸੀ ਨਾ, ਉਹਨੇ ਆਪਣੀ ਹੋਂਦ ਨੂੰ ਖਤਮ ਕੀਤਾ ਸੀ। ਇਹ ਪਾਣੀ ਸਰੋਵਰਾਂ 'ਚ ਤਾਂ ਭਰ ਗਿਆ, ਇਹ ਨਦੀਆਂ ਤੇ ਦਰਿਆ ਤਾਂ ਹੜ੍ਹ ਤੇ ਉਛਾਲੇ ਮਾਰ ਰਹੇ ਨੇ, ਕਿਉਂਕਿ ਉਹ ਪਹਿਲੇ ਕਤਰੇ ਨੇ ਆਪਾ ਕੁਰਬਾਨ ਕਰਕੇ ਮਗਰ ਆਉਣ ਵਾਲੇ ਕਤਰਿਆਂ ਨੂੰ ਰਹਿਣ ਵਾਸਤੇ ਥਾਂ ਦਿੱਤੀ ਹੈ, ਤਾਂ ਕਿ ਉਹ ਜਿਉਂਦੇ ਰਹਿ ਕੇ ਧਰਤੀ ਤੇ ਖੇਡ ਸਕਣ, ਅੱਠ ਖੇਲੀਆਂ ਕਰ ਸਕਣ। ਸਾਡੇ ਪੁਰਖਿਆਂ ਨੇ ਪਾਣੀ ਦੇ ਉਸ ਕਤਰੇ ਵਾਂਗ ਆਪਾ ਇਸ ਕਰਕੇ ਕੁਰਬਾਨ ਕੀਤਾ। ਉਹਨਾਂ ਦੀਆਂ ਨਸਲਾਂ ਉਸ ਸਿਧਾਂਤ ਨੂੰ, ਉਸ ਅਸੂਲ ਨੂੰ ਲੈ ਕੇ ਇਸ ਧਰਤੀ ਦੇ ਰੰਗਮੰਚ ਦੇ ਉੱਤੇ ਅੱਠ ਖੇਲੀਆਂ ਕਰ ਸਕੇ, ਆਨੰਦ ਲੈ ਸਕੇ। ਮੈਂ ਅਕਸਰ ਹੀ ਇੱਕ ਬੇਨਤੀ ਕਰਿਆ ਕਰਦਾ, ਇਹ ਨੁਕਤਾ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਕੌਮਾਂ ਉਹ ਨਹੀਂ ਜਿਉਂਦੀਆਂ ਜਿਨ੍ਹਾਂ ਦੀਆਂ ਬਹੁਤੀਆਂ ਤਸਵੀਰਾਂ ਅਜਾਇਬ ਘਰਾਂ ਦੇ ਵਿੱਚ ਲੱਗਦੀਆਂ ਨੇ। ਕੌਮਾਂ ਉਹ ਜਿਉਂਦੀਆਂ ਨੇ ਜਿਹਦੀਆਂ ਨਸਲਾਂ ਗਲੀਆਂ 'ਚ ਖੇਡਦੀਆਂ ਨੇ। ਕੌਮਾਂ ਉਹ ਜਿਉਂਦੀਆਂ ਨੇ ਜਿਹੜੀਆਂ ਇਸ ਧਰਤੀ ਦੀ ਉੱਤੇ ਸਾਹ ਲੈਂਦਿਆਂ ਹੋਇਆਂ ਆਪਣੇ ਸਿਧਾਂਤ ਨੂੰ ਬਰਕਰਾਰ ਰੱਖਦੀਆਂ ਨੇ। ਸਰੂਪ ਉਹ ਨਹੀਂ ਜਿਉਂਦੇ ਜਿਹੜੇ ਫੋਟੋਆਂ 'ਚ ਛਾਪ ਦਿੱਤੇ ਜਾਂਦੇ ਨੇ, ਪੱਥਰਾਂ ਦੀਆਂ ਮੂਰਤੀਆਂ ਜਿਹੜੇ ਚੌਂਕਾਂ 'ਚ ਲੱਗ ਜਾਂਦੀਆਂ ਨੇ, ਉਹ ਲੋਕ ਨਹੀਂ ਧਰਤੀ ਦੇ ਉੱਤੇ ਜਿਉਂਦੇ ਰਹਿੰਦੇ। ਦੁਨੀਆ ਦੇ ਨਕਸ਼ੇ ਤੇ ਉਹ ਲੋਕ ਜਿਉਂਦੇ ਨੇ ਜਿਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਸਰੂਪ ਤੇ ਸਿਧਾਂਤ ਦੇ ਵਿੱਚ ਕਾਇਮ ਰਹਿ ਕੇ ਦੁਨੀਆ ਦੀ ਇਸ ਧਰਤੀ ਦੇ ਉੱਤੇ ਕਦਮ ਪੁੱਟਦੀਆਂ ਨੇ, ਉਹ ਖੇਡਦੀਆਂ ਨੇ, ਉਹ ਵਿਗਸਦੀਆਂ ਨੇ, ਉਹ ਮੌਲਦੀਆਂ ਨੇ, ਉਹਨਾਂ 'ਚ ਖੇੜਾ ਆਉਂਦਾ ਹੈ। ਉਹ ਕੌਮਾਂ ਦੁਨੀਆ ਦੇ ਨਕਸ਼ੇ ਦੇ ਉੱਤੇ ਕਾਇਮ ਰਹਿੰਦੀਆਂ, ਕਿਤੇ ਭੁਲੇਖਾ ਨਾ ਰਹਿ ਜਾਏ। ਗੁਰਦੇਵ ਸਤਿਗੁਰੂ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੀ ਸ਼ਹਾਦਤ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ, ਮੈਂ ਇੱਕ ਦੋ ਬੇਨਤੀਆਂ ਆਪ ਜੀ ਦੇ ਸਨਮੁਖ ਹੋਰ ਕਰਨੀਆਂ ਨੇ। ਉਹ ਇਹ ਨੇ ਕਿ ਗੁਰਦੇਵ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਦਾ ਇਹ ਜੋ ਰਿਜ਼ਲਟ 30 ਮਈ 1606 ਨੂੰ ਨਿਕਲਿਆ, ਇਹ ਉਸ ਧਰਤੀ ਤੇ ਨਿਕਲਿਆ ਜਿਸ ਨੂੰ ਲਾਹੌਰ ਆਖਿਆ। ਤੇ ਲਾਹੌਰ ਦੇ ਬਾਰੇ ਜ਼ਿਕਰ ਸ਼ਲੋਕ ਵਾਰਾਂ ਤੇ ਵਧੀਕਾਂ 'ਚ ਗੁਰੂ ਨਾਨਕ ਸਾਹਿਬ ਨੇ ਕੀਤਾ। ਉਹਨਾਂ ਨੇ ਆਖਿਆ, ਲਾਹੌਰ ਸ਼ਹਿਰ ਜ਼ਹਿਰ, ਲਾਹੌਰ ਦਾ ਸ਼ਹਿਰ ਜਿੱਥੇ ਜ਼ਹਿਰ ਦਾ ਵਰਤਾਰਾ ਵਰਤਦਾ। ਕਿਵੇਂ ਵਰਤਦਾ? ਕਹਿੰਦੇ ਕਹਿਰ ਸਵਾ ਪੈਰ। ਲਾਹੌਰ ਦੇ ਸ਼ਹਿਰ ਦੇ ਵਿੱਚ ਜ਼ਹਿਰ ਵਰਤ ਰਿਹਾ। ਕਿਉਂ ਵਰਤ ਰਿਹਾ? ਕਹਿੰਦੇ ਕਹਿਰ ਸਵਾ ਪੈਰ। ਸਵਾ ਪੈਰ ਰਾਤ ਰਹਿੰਦੀ ਤੋਂ, ਭਾਵ ਅਜੇ ਦਿਨ ਨਹੀਂ ਚੜਿਆ, ਅਜੇ ਬੰਦੇ ਸੁਸਤਾਏ ਹੋਏ ਨੇ, ਅਜੇ ਉਨੀਂਦਰ ਹੈ, ਨੀਂਦ ਪੂਰੀ ਕੀਤੀ ਜਾ ਰਹੀ ਹੈ, ਅਜੇ ਕੋਈ ਕੰਮਕਾਰ ਕਰਨ ਦਾ ਮਾਹੌਲ ਨਹੀਂ ਬਣਿਆ, ਅਜੇ ਚਿੱਟਾ ਦਿਨ ਨਹੀਂ ਚੜਿਆ, ਸੂਰਜ ਦੀ ਰੌਸ਼ਨੀ ਧਰਤੀ ਤੇ ਨਹੀਂ ਆਈ। ਉਸ ਸਮੇਂ ਤੋਂ ਲੈ ਕੇ ਜੀਵਾਂ ਤੇ ਕਹਿਰ ਹੋਣਾ ਸ਼ੁਰੂ ਹੋ ਜਾਂਦਾ, ਵਿਉਂਤ ਬਣ ਜਾਂਦੀ ਹੈ। ਅੱਜ ਸਾਰੇ ਦਿਨ 'ਚ ਕੀ ਕੀਤਾ ਜਾਣਾ? ਕਿਉਂ? ਲਾਹੌਰ ਪੰਜਾਬ ਦਾ ਉਸ ਵੇਲੇ ਦਾ ਸੂਬਾ ਸੀ। ਇੱਥੇ ਦਿੱਲੀ ਸਰਕਾਰ ਦੇ ਵੱਲੋਂ ਇੱਕ ਗਵਰਨਰ ਨਿਯੁਕਤ ਕੀਤਾ ਜਾਂਦਾ ਸੀ, ਜਿਹਨੂੰ ਸੂਬੇਦਾਰ ਕਹਿ ਸਕਦੇ ਹੋ, ਗਵਰਨਰ ਕਹਿ ਸਕਦੇ ਹੋ। ਜਿਵੇਂ ਅੱਜ ਦੀਆਂ ਸਰਕਾਰਾਂ ਸਟੇਟਾਂ 'ਚ ਗਵਰਨਰ ਭੇਜਦੀਆਂ ਨੇ ਜਿਹੜੇ ਰਾਜ ਕਾਜ ਦੇ ਕੰਮ ਕਾਜ ਨੂੰ ਸੰਭਾਲਦੇ ਨੇ, ਉਹ ਸੈਂਟਰ ਗੌਰਮੈਂਟ ਵੱਲੋਂ ਉਸ ਜਗ੍ਹਾ ਦੇ ਉੱਤੇ ਭੇਜਿਆ ਜਾਂਦਾ ਹੈ। ਉਹਨਾਂ ਸਮਿਆਂ ਦੇ ਅੰਦਰ ਗਵਰਨਰ ਭੇਜੇ ਜਾਂਦੇ ਸਨ, ਸੂਬੇਦਾਰ ਭੇਜੇ ਜਾਂਦੇ ਸਨ, ਔਰ ਉਹਦਾ ਮੁੱਖ ਅੱਡਾ ਤੇ ਦਫ਼ਤਰ ਜਿਹੜਾ ਲਾਹੌਰ ਸੀ।
ਲਾਹੌਰ ਦਾ ਉਹ ਨਗਰ ਜਿੱਥੇ ਸਾਰੇ ਪੰਜਾਬ ਦੇ ਮੁਕੱਦਮਿਆਂ ਦਾ ਨਿਬੇੜਾ ਹੁੰਦਾ ਹੈ। ਲਾਹੌਰ ਦਾ ਉਹ ਨਗਰ ਜਿੱਥੇ ਪੰਜਾਬ ਦੀ ਅਮਾਨਤ ਖੇਤਾਂ ਦੁਕਾਨਾਂ ਤੇ ਵਪਾਰ 'ਚੋਂ ਇਕੱਠੀ ਹੋਈ ਲਾਹੌਰ ਦੇ ਖਜ਼ਾਨੇ 'ਚ ਜਮ੍ਹਾਂ ਹੁੰਦੀ ਹੈ। ਲਾਹੌਰ ਦਾ ਉਹ ਨਗਰ ਜਿੱਥੇ ਪੰਜਾਬ ਦੇ ਜਾਇਆਂ ਦੀ ਹੋਂਦ ਹਸਤੀ ਦਾ ਫੈਸਲਾ ਕੀਤਾ ਜਾਣਾ ਹੈ। ਲਾਹੌਰ ਦਾ ਉਹ ਨਗਰ ਜਿੱਥੇ ਨਿਆਂ ਇਨਸਾਫ ਅਨਿਆਂ ਸਾਰਾ ਕੁਝ ਉੱਥੋਂ ਮਿਲਣਾ ਹੈ। ਮੇਰੇ ਹਜ਼ੂਰ ਨੇ ਉਸ ਨਗਰ ਨੂੰ ਬੜਾ ਨੇੜਿਓਂ ਹੋ ਕੇ ਵੇਖਿਆ। ਇੱਥੇ ਕਾਜੀ ਫੈਸਲਾ ਕਰਦਾ ਹੈ, ਗਵਰਨਰ ਦੇ ਕੁੰਡੇ ਥੱਲੇ ਰਹਿ ਕੇ ਫੈਸਲਾ ਕਰਦਾ ਹੈ। ਇੱਥੇ ਵੱਡੇ ਵੱਡੇ ਨਵਾਬ ਰਹਿੰਦੇ ਨੇ, ਆਲਾ ਅਫਸਰ ਰਹਿੰਦੇ ਨੇ, ਜਰਨੈਲ ਰਹਿੰਦੇ ਨੇ, ਚੌਧਰੀ ਤੇ ਨਵਾਬਾਂ ਦੀਆਂ ਉੱਚੀਆਂ ਅਟਾਰੀਆਂ ਦੇ ਨਾਲ ਲਾਹੌਰ ਸ਼ਹਿਰ ਬੜਾ ਮਨਮੋਹਕ ਤੇ ਦਿਲਕਸ਼ ਬਣਿਆ ਹੋਇਆ ਹੈ। ਪਰ ਮੇਰੇ ਸਤਿਗੁਰਾਂ ਵੇਖਿਆ ਇਹਨਾਂ ਖੰਡਰਾਂ 'ਚ ਰਹਿਣ ਵਾਲਿਆਂ ਦੇ ਈਮਾਨ ਬੜੇ ਭੈੜੇ ਨੇ। ਉਹ ਅਮੀਰ ਨੇ, ਅਟਾਰੀਆਂ ਉੱਚੀਆਂ ਨੇ, ਉਹਨਾਂ ਪੱਲੇ ਧਰਮ ਨਹੀਂ। ਇੱਥੇ ਬੰਦੇ ਕੋਏ ਜਾਂਦੇ ਨੇ, ਇੱਥੇ ਇਨਸਾਫ ਨਹੀਂ ਮਿਲਦਾ। ਇੱਥੇ ਸ਼ਰਾਬ ਕਬਾਬ ਤੇ ਸ਼ਬਾਬ ਦੇ ਨਸ਼ੇ ਦੇ ਵਿੱਚ ਗੁੱਟ ਹੋ ਕੇ ਹਕੂਮਤ ਦੇ ਮਦ ਤੇ ਹੰਕਾਰ ਦੇ ਵਿੱਚ ਚੂਰ ਚੂਰ ਹੋਈ ਲਾਬੀ ਬੈਠੀ ਹੈ, ਜਿਹੜੀ ਹਲ ਵਾਹੁਣ ਵਾਲੇ ਦੀ ਕਿਸਮਤ ਆਪ ਲਿਖਦੀ ਹੈ, ਜਿਹੜੀ ਦੁਕਾਨ ਕਰਨ ਵਾਲੇ ਦੀ ਕਿਸਮਤ ਆਪ ਲਿਖਦੀ ਹੈ, ਜਿਹੜੀ ਲੋਕਾਂ ਦੀਆਂ ਇੱਜ਼ਤਾਂ ਦੀ ਕਿਸਮਤ ਆਪ ਲਿਖਦੀ ਹੈ ਕਿ ਉਹਦੀ ਹੋਣੀ ਕੀ ਹੋਵੇਗੀ। ਇੱਥੇ ਬੰਦੇ ਲਈ ਇਨਸਾਫ ਨਹੀਂ, ਇੱਥੇ ਧਰਮ ਦਾ ਕਾਇਦਾ ਕਾਨੂੰਨ ਨਹੀਂ, ਇੱਥੇ ਰਿਸ਼ਵਤਖੋਰੀ ਹੈ, ਇੱਥੇ ਪਾਪ ਹੈ, ਇੱਥੇ ਜ਼ਰਾਇਮ ਪੇਸ਼ਾ ਕਿਸਮ ਦੇ ਲੋਕ ਉਹਨਾਂ ਪਦਵੀਆਂ ਤੇ ਬਹਿ ਕੇ ਲੋਕਾਂ ਦੀ ਕਿਸਮਤ ਘੜਦੇ ਨੇ। ਮੇਰੇ ਹਜ਼ੂਰ ਦੇ ਮੁਖ ਤੋਂ ਲਫ਼ਜ਼ ਇਹ ਨਿਕਲਿਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈ। ਅੱਜ 1595 ਈਸਵੀ ਦਾ ਸਾਲ ਚੜ੍ਹਿਆ। ਗੁਰਦੇਵ ਗੁਰੂ ਅਰਜਨ ਸਾਹਿਬ ਨੂੰ ਖਬਰ ਮਿਲੀ ਲਾਹੌਰ ਤੇ ਲਾਹੌਰ ਦੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਕਾਲ ਪੈ ਗਿਆ, ਬਾਰਿਸ਼ ਹੋਣੀ, ਫਸਲ ਹੋ ਜਾਣੀ। ਜੇ ਬਾਰਿਸ਼ ਨਾ ਹੋਣੀ ਬਹੁਤਾ ਸਮਾਂ, ਫਸਲਾਂ ਨਾ ਹੋਣੀਆਂ ਤੇ ਧਰਤੀ ਦੀ ਤਪਸ਼ ਨਾਲ ਬਿਮਾਰੀਆਂ ਫੈਲ ਜਾਣੀਆਂ, ਉਹਨੂੰ ਵਬਾ ਫੈਲਣਾ ਕਹਿੰਦੇ ਸਨ। ਅੱਜ ਸਤਿਗੁਰਾਂ ਨੂੰ ਸੁਨੇਹਾ ਮਿਲਿਆ, ਲੋਕ ਤੜਪ ਤੜਪ ਕੇ ਮਰ ਰਹੇ ਨੇ, ਸਰਕਾਰੀ ਮਸ਼ੀਨਰੀ ਕੋਈ ਸਹਾਇਤਾ ਨਹੀਂ ਕਰ ਰਹੀ। ਜਿਨੇ ਆਲਾ ਦਰਜੇ ਦੇ ਵਜ਼ੀਰ ਹੁਕਮਰਾਨ ਲਾਹੌਰ ਦੀ ਧਰਤੀ ਤੇ ਰਹਿੰਦੇ ਸਮੇਤ ਗਵਰਨਰ ਦੇ ਸੇਫ ਥਾਂ ਤੇ ਚਲੇ ਗਏ ਨੇ, ਲੋਕਾਂ ਨੂੰ ਮਰਨ ਵਾਸਤੇ ਛੱਡ ਗਏ ਨੇ। ਹੁਣ ਕੌਣ ਉਹਨਾਂ ਦੀ ਬਾਹ ਫੜੇ? ਮੇਰੇ ਹਜ਼ੂਰ ਨੇ ਆਪਣੇ ਪਰਿਵਾਰ ਨੂੰ ਤਿਆਰ ਕੀਤਾ। ਮੇਰੇ ਸਤਿਗੁਰਾਂ ਦੇ ਨਾਲ ਮਾਸੂਮ ਛੋਟਾ ਬਾਲ ਹਰਗੋਬਿੰਦ ਹੈ। ਮੇਰੇ ਸਤਿਗੁਰਾਂ ਨੇ ਆਪਣੇ ਪਰਿਵਾਰ ਮਹਿਲਾਂ ਨੂੰ ਤਿਆਰ ਕੀਤਾ ਹੈ। ਮੇਰੇ ਹਜ਼ੂਰ ਨੇ ਆਪਣੇ ਸਿੱਖਾਂ ਸੇਵਕਾਂ ਨੂੰ ਆਗਿਆ ਕਰ ਦਿੱਤੀ ਹੈ, ਜਿਤਨੀਆਂ ਦਵਾਈਆਂ, ਜਿਤਨੇ ਵੈਦ ਉਪਲਬਧ ਨੇ, ਜਿਤਨੇ ਖਾਣ ਪੀਣ ਦੇ ਸਮਾਨ ਵਸਤਰ ਉਪਲਬਧ ਨੇ, ਸਾਰਾ ਕੁਝ ਲੈ ਕੇ ਲਾਹੌਰ ਦੀ ਧਰਤੀ ਵੱਲ ਨੂੰ ਚਾਲੇ ਪਾ ਦਿਓ। ਦੁਨੀਆ ਦਾ ਮਹਾਨ ਮਸੀਹਾ ਲਾਹੌਰ ਦੀ ਧਰਤੀ ਤੇ ਪਹੁੰਚ ਗਿਆ। ਲੋਕ ਮਰ ਰਹੇ, ਘਰਾਂ 'ਚ ਬਿਮਾਰੀ ਹੈ, ਖਾਣ ਲਈ ਕੁਝ ਹੈ ਨਹੀਂ, ਮਰਿਆ ਹੋਇਆਂ ਨੂੰ ਕੋਈ ਚੁੱਕਣਾ ਨਹੀਂ ਚਾਹੁੰਦਾ। ਕਿਉਂ? ਕਿਉਂਕਿ ਉਹ ਛੂਤ ਦੀ ਬਿਮਾਰੀ ਕਿਧਰੇ ਮੈਨੂੰ ਨਾ ਲੱਗ ਜਾਏ, ਇਸ ਕਰਕੇ ਉਹਨਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ। ਗੁਰਦੇਵ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਮੁਬਾਰਕ ਕਦਮ ਪਾਏ। ਲਾਹੌਰ ਦੀਆਂ ਗਲੀਆਂ ਦੇ ਵਿੱਚ ਉਹਨਾਂ ਲਾਸ਼ਾਂ ਨੂੰ ਆਪਣੀ ਪਿੱਠ ਦੇ ਉੱਤੇ ਮੇਰੇ ਸਤਿਗੁਰਾਂ ਨੇ ਸ਼ਮਸ਼ਾਨ ਭੂਮੀ ਤੇ ਕਬਰਸਤਾਨ ਤੱਕ ਪਹੁੰਚਾਇਆ। ਹਿੰਦੂ ਮੁਸਲਮਾਨ ਦੀ ਕਾਣ ਨਹੀਂ ਰੱਖੀ। ਮੇਰੇ ਹਜ਼ੂਰ ਘਰ ਘਰ ਦੇ ਅੰਦਰ ਗਏ, ਬਿਮਾਰਾਂ ਨੂੰ ਆਪਣੇ ਹੱਥ ਦਾ ਬਾਟਾ ਬਣਾ ਕੇ ਪਾਣੀ ਪਿਆਇਆ, ਆਪਣੇ ਹੱਥਾਂ ਦੇ ਨਾਲ ਨਿਵਾਲੇ ਬੁਰਕੀਆਂ ਬਿਮਾਰਾਂ ਦੇ ਮੂੰਹ 'ਚ ਪਾਏ ਨੇ, ਦਵਾਈਆਂ ਦੀਆਂ ਬੂੰਦਾਂ ਉਹਨਾਂ ਦੇ ਮੁਖ ਵਿੱਚ ਪਾਈਆਂ ਨੇ। ਪੁਰਤਗਾਲ ਯੂਰਪ ਦੀ ਇੱਕ ਕੰਟਰੀ ਹੈ। ਪੁਰਤਗਾਲ ਤੋਂ ਉਹਨਾਂ ਸਮਿਆਂ 'ਚ ਜਹਾਂਗੀਰ ਦੇ ਸਮੇਂ ਇੱਕ ਈਸਾਈ ਪਾਦਰੀ ਆਇਆ ਪੰਜਾਬ ਦੇ ਵਿੱਚ। ਇੱਕ ਈਸਾਈ ਪਾਦਰੀ ਆਇਆ, ਉਹ ਜਾਇਜ਼ਾ ਲੈਣ ਵਾਸਤੇ ਆਇਆ ਸੀ ਕਿ ਇਸ ਦੇਸ਼ ਦੇ ਅੰਦਰ ਅਗਰ ਈਸਾਈਅਤ ਦਾ ਪ੍ਰਚਾਰ ਕੀਤਾ ਜਾਏ ਤੇ ਉਹਦਾ ਭਵਿੱਖ ਕੀ ਹੋਵੇਗਾ। ਉਹ ਬੜੇ ਸਿਆਣੇ ਲੋਕ ਸਨ। ਜਾਇਜ਼ਾ ਲੈਣ ਵਾਸਤੇ ਉਹ ਪਾਦਰੀ ਇੱਕ ਉਥੋਂ ਕਾਫਲਾ ਲੈ ਕੇ ਹਿੰਦੁਸਤਾਨ 'ਚ ਆਏ। ਉਹਨੂੰ ਪਤਾ ਲੱਗਿਆ ਪੰਜਾਬ ਦੇ ਵਿੱਚ ਇਹ ਵਬਾ ਫੈਲੀ ਹੋਈ ਹੈ, ਇਹ ਆਫਤ ਆਈ ਹੋਈ ਹੈ। ਉਹ ਵੀ ਪੰਜਾਬ ਪਹੁੰਚਿਆ ਹਾਲਾਤ ਵੇਖਣ ਵਾਸਤੇ। ਉਹਨੇ ਲਾਹੌਰ ਦੀ ਧਰਤੀ ਦੇ ਉੱਤੇ ਲੋਕਾਂ ਨੂੰ ਦੇਖਿਆ। ਉਹ ਹੈਰਾਨ ਰਹਿ ਗਿਆ ਕਿ ਸਰਕਾਰ ਇਹਨਾਂ ਦੀ ਕੋਈ ਸਹਾਇਤਾ ਹੀ ਨਹੀਂ ਕਰ ਰਹੀ, ਲੋਕ ਮਰ ਰਹੇ ਨੇ, ਇਹਨਾਂ ਦੀ ਕੋਈ ਸਹਾਇਤਾ ਨਹੀਂ ਹੋ ਰਹੀ। ਜਿਸ ਸ਼ਾਹੀ ਖਜ਼ਾਨੇ ਨੂੰ ਆਪਣਾ ਖੂਨ ਪਸੀਨਾ ਵਹਾ ਕੇ ਭਰਦੇ ਨੇ, ਉਹ ਸ਼ਾਹੀ ਖਜ਼ਾਨਾ ਅੱਜ ਇਹਨਾਂ ਲਈ ਓਪਰਾ ਹੋ ਗਿਆ। ਜਿਨ੍ਹਾਂ ਨਵਾਬਾਂ ਦੇ ਅੱਗੇ ਦਿਨ ਰਾਤ ਸਿਰ ਝੁਕਾਈ ਖੜੇ ਨੇ ਗੁਲਾਮਾਂ ਵਾਂਗ, ਉਹ ਨਵਾਬ ਅੱਜ ਕਿਧਰੇ ਚਿਹਰੇ ਨਹੀਂ ਦਿਖਾ ਰਹੇ। ਪਰ ਹਾਂ, ਕੁਦਰਤ ਨੇ ਇੱਕ ਮਸੀਹਾ ਭੇਜਿਆ, ਉਹ ਗੁਰੂ ਅਰਜਨ ਹੈ।
ਸਤਿਗੁਰੂ ਗੁਰੂ ਅਰਜਨ ਸਾਹਿਬ ਦੀ ਦਇਆ ਵੇਖ ਕੇ, ਤਰਸ ਵੇਖ ਕੇ, ਲੋਕਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਵੇਖ ਕੇ ਉਹਨੇ ਇੱਕ ਰਿਪੋਰਟ ਭੇਜੀ ਹੈ ਪੁਰਤਗਾਲ। ਉਸ ਰਿਪੋਰਟ ਵਿੱਚ ਉਹਨੇ ਲਿਖਿਆ, ਕਹਿਣ ਲੱਗਿਆ ਮੈਂ ਪੰਜਾਬ ਦਾ ਜਾਇਜ਼ਾ ਲਿਆ, ਮੈਂ ਉੱਥੇ ਜੋ ਹਾਲਾਤ ਵੇਖੇ ਉਹ ਬੜੇ ਤਰਸਯੋਗ ਸਨ, ਪਰ ਹਾਂ ਇੱਕ ਘਟਨਾ ਦਾ ਜ਼ਿਕਰ ਕਰਨਾ ਮੈਂ ਨਹੀਂ ਭੁੱਲਾਂਗਾ, ਇੱਕ ਸ਼ਖਸ ਦਾ ਜ਼ਿਕਰ ਕਰਨਾ ਮੈਂ ਭੁੱਲਾਂਗਾ ਨਹੀਂ। ਉਹ ਹੈ ਇੱਕ ਗੁਰੂ ਅਖਵਾਉਣ ਵਾਲਾ ਗੁਰੂ ਅਰਜਨ, ਜੋ ਸਿੱਖਾਂ ਦਾ ਗੁਰੂ ਹੈ। ਉਹ ਉਹਨਾਂ ਦੇ ਲਈ ਮਸੀਹਾ ਬਣ ਕੇ ਆਇਆ। ਉਹਨੇ ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਦੀਆਂ ਬੁਰਕੀਆਂ ਪਾਈਆਂ। ਉਸਨੇ ਦਵਾਈ ਉਹਨਾਂ ਦੇ ਮੁਖ ਵਿੱਚ ਪਾਈ, ਉਹਨਾਂ ਦਾ ਰੋਗ ਕੱਟ ਦੇਣ ਲਈ। ਉਹਨੇ ਮੁਰਦਿਆਂ ਨੂੰ ਆਪਣੇ ਹੱਥਾਂ ਦੇ ਨਾਲ ਦਫਨਾਇਆ ਤੇ ਸੰਸਕਾਰਿਆ। ਔਰ ਉਸਨੇ ਰਿਪੋਰਟ ਵਿੱਚ ਇੱਕ ਬੜੀ ਕੀਮਤੀ ਗੱਲ ਲਿਖ ਕੇ ਭੇਜੀ। ਧਿਆਨ ਨਾਲ ਸੁਣਨਾ ਇਸ ਗੱਲ ਨੂੰ, ਤੇ ਜ਼ਰਾ ਆਪਣੇ ਮਨਾਂ ਅੰਦਰ ਗੁਰੂ ਕੇ ਪਿਆਰ ਵਾਲਿਓ ਝਾਤੀ ਮਾਰਨਾ। ਅੱਜ ਅਸੀਂ ਖਾਲਸਾ ਪੰਥ ਦਾ ਹਿੱਸਾ ਬਣ ਕੇ ਵਿਚਰ ਰਹੇ ਹਾਂ, ਗੁਰਦੇਵ ਦੀਆਂ ਦਿੱਤੀਆਂ ਸਰਦਾਰੀਆਂ ਨੂੰ ਮਾਣ ਰਹੇ ਹਾਂ, ਤੇ ਇਹ ਧਿਆਨ ਦੇ ਵਿੱਚ ਰੱਖਣਾ ਕਿ ਗੁਰਦੇਵ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਤਾਂ ਦਿੱਤੀ ਗਈ, ਪਰ ਪੰਥ ਨੂੰ ਵੀ ਤਹਬਿਆ ਕੀਤਾ ਗਿਆ ਸੀ। ਗੁਰੂ ਪਿਆਰਿਓ, ਤੁਸੀਂ 300 ਸਾਲ ਤੇ ਇਹਦਾ ਜ਼ਿਕਰ ਕਿਉਂ ਨਾ ਕੀਤਾ? ਕਿਤੇ ਇਸ ਤਰ੍ਹਾਂ ਤਾਂ ਇਸ ਕਰਕੇ ਤਾਂ ਨਹੀਂ ਕੀਤਾ ਕਿ ਖਾਲਸਾ ਪੰਥ ਨੂੰ ਜਿਹੜੇ ਅਧਿਕਾਰ ਦਿੱਤੇ ਸਨ ਉਹ ਅਸੀਂ ਇਮਾਨਦਾਰੀ ਦੇ ਨਾਲ ਵਰਤ ਨਹੀਂ ਸਕੇ ਤੇ ਨਿਭਾ ਨਹੀਂ ਸਕੇ। ਇਸ ਕਰਕੇ ਅਸੀਂ ਦੁਨੀਆ ਨੂੰ ਇਹ ਤਾਂ ਦੱਸਿਆ ਕਿ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ, ਪਰ ਇਹ ਕਿਉਂ ਨਹੀਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਨਿਰੋਲਤਾ ਨੂੰ ਕਾਇਮ ਰੱਖਣ, ਇਹਦੀ ਪਦ ਪਦਵੀ ਨੂੰ ਕਾਇਮ ਰੱਖਣ ਲਈ, ਸਿੱਖੀ ਦੇ ਆਸ਼ੇ ਨੂੰ ਦੁਨੀਆ ਤੇ ਅਟਲ ਤੇ ਕਾਇਮ ਰੱਖਣ ਵਾਸਤੇ ਖਾਲਸਾ ਪੰਥ ਨੂੰ ਸਤਿਗੁਰਾਂ ਨੇ ਕੁਝ ਜ਼ਿੰਮੇਵਾਰੀਆਂ ਦਿੱਤੀਆਂ ਸਨ। 3.5 ਫੁੱਟੀਆਂ ਕੁਰਬਾਨਾਂ ਵਾਲਿਆਂ ਨੇ ਨਾ ਇਹਦਾ ਜ਼ਿਕਰ ਸਟੇਜਾਂ ਤੋਂ ਕੀਤਾ ਤੇ ਨਾ ਸਾਡੀ ਸਿੱਖ ਸੰਗਤ ਨੂੰ ਇਹ ਗੱਲ ਯਾਦ ਰਹੀ। ਇਹ ਇਸ ਕਰਕੇ ਅਸੀਂ ਨਹੀਂ ਕੀਤਾ ਕਿ ਇਹਦੇ ਨਾਲ ਸਾਡੀ ਕਾਰਗੁਜ਼ਾਰੀ ਦਾ ਪੋਲ ਖੁੱਲ੍ਹਦਾ, ਪੋਲ ਖੁੱਲ੍ਹਦਾ, ਕਿਉਂਕਿ ਸਤਿਗੁਰਾਂ ਨੇ ਆਤਮਾ ਗ੍ਰੰਥ ਤੇ ਸਰੀਰ ਪੰਥ ਦਾ ਸਿਧਾਂਤ ਸਾਡੇ ਸਾਹਮਣੇ ਰੱਖਿਆ ਸੀ। ਸਾਡਾ ਪੋਲ ਨਾ ਖੁੱਲ੍ਹ ਜਾਏ ਤੇ ਅਸੀਂ ਚਾਹੁੰਦੇ ਨਹੀਂ ਸਾਂ। ਖੈਰ, ਉਸ ਪਾਦਰੀ ਨੇ ਉਸ ਚਿੱਠੀ ਦੇ ਅੰਦਰ, ਰਿਪੋਰਟ ਦੇ ਅੰਦਰ ਲਿਖ ਕੇ ਭੇਜਿਆ, ਜਿੰਨਾ ਚਿਰ ਗੁਰੂ ਅਰਜਨ ਸਾਹਿਬ ਵਰਗੀ ਕੀਮਤੀ ਸ਼ਖਸੀਅਤ ਪੰਜਾਬ ਦੀ ਧਰਤੀ ਤੇ ਮੌਜੂਦ ਹੈ, ਪੰਜਾਬ ਦੀ ਧਰਤੀ ਤੇ ਕਿਸੇ ਹੋਰ ਮਜ਼ਹਬ, ਕਿਸੇ ਹੋਰ ਧਰਮ, ਕਿਸੇ ਹੋਰ ਫਿਰਕੇ ਦੇ ਪੈਰ ਲੱਗ ਹੀ ਨਹੀਂ ਸਕਦੇ। ਜਿਹੜਾ ਮਸੀਹਾ ਲੋਕਾਂ ਦੇ ਇੰਨਾ ਨੇੜੇ ਹੋਵੇ, ਉਸ ਤੋਂ ਵੱਧ ਨੇੜੇ ਕੋਈ ਹੋਰ ਧਰਮ ਲੋਕਾਂ ਦੇ ਨਹੀਂ ਹੋ ਸਕਦਾ। ਇਸ ਰਿਪੋਰਟ ਦੇ ਵਿੱਚ ਉਹਨੇ ਲਫ਼ਜ਼ ਲਿਖੇ ਸਨ। ਹੁਣ ਤੁਸੀਂ ਧਿਆਨ ਦਿਓ, ਕਿੰਨੇ ਸਿੱਖ ਨੇ ਜਿਹੜੇ ਸਿੱਖੀ ਵੱਲ ਪਿੱਠ ਕਰਕੇ ਦੂਜੇ ਮਜ਼ਹਬਾਂ ਵੱਲ, ਮੰਦਰਾਂ 'ਚ ਕਿੰਨੇ ਜਾਂਦੇ ਨੇ, ਆਪਣੇ ਮਨਾਂ 'ਚ ਝਾਤ ਮਾਰ ਕੇ ਦੇਖੋ। ਮਸੀਤਾਂ ਦੀਆਂ ਹਾਜ਼ਰੀਆਂ ਕਿੰਨੇ ਭਰਦੇ ਨੇ, ਝਾਤ ਮਾਰ ਕੇ ਵੇਖੋ। ਕੜਿਆਂ ਦੀ ਥਾਂ ਮੌਲੀਆਂ ਕਿੰਨੇ ਬਣਦੇ ਨੇ, ਆਪਣੇ ਈਮਾਨ ਨੂੰ ਪਰਖ ਕੇ ਵੇਖੋ। ਤੇ ਉਸ ਪਾਦਰੀ ਦੀ ਉਹ ਰਿਪੋਰਟ ਦੀ ਇਸ ਗੱਲ ਵੱਲ ਝਾਤ ਪਾਓ। ਤੁਹਾਡੇ ਗੁਰੂ ਨੇ ਇੰਨੀ ਮੁਸ਼ੱਕਤ ਕੀਤੀ, ਲੋਕ ਮਸਜਿਦਾਂ ਤੋਂ ਨਿਕਲ ਕੇ ਧਰਮਸ਼ਾਲਾ 'ਚ ਆ ਵੜੇ। ਗੁਰੂ ਅਰਜਨ ਨੇ ਇਤਨੀ ਮਿਹਨਤ ਕੀਤੀ, ਮੰਦਰਾਂ ਦਾ ਦਰ ਛੱਡ ਕੇ ਤਕੀਆਂ ਤੇ ਦਰਗਾਹਾਂ ਵੱਲ ਨੂੰ ਪਿੱਠ ਕਰਕੇ ਲੋਕਾਂ ਨੇ ਗੁਰੂ ਅਰਜਨ ਦੇ ਘਰ ਵੱਲ ਨੂੰ ਮੁਖ ਕਰ ਲਿਆ। ਉਹ ਇਹ ਧਰਮ ਹੈ ਜਿਸ ਨੂੰ ਅਸੀਂ ਬੁਲਾਈਏ ਤੇ ਬੋਲਦਾ ਹੈ। ਇਹ ਉਹ ਧਰਮ ਹੈ ਜਿਹਨੂੰ ਦੁੱਖ ਸੁਣਾਈਏ ਤੇ ਸੁਣਦਾ ਹੈ। ਇਹ ਉਹ ਧਰਮ ਹੈ ਜਿਸ ਦੇ ਨਾਲ ਅਸੀਂ ਆਪਣੀਆਂ ਖੁਸ਼ੀਆਂ ਸਾਂਝੀਆਂ ਕਰ ਸਕਦੇ ਹਾਂ। ਇਹ ਉਹ ਧਰਮ ਹੈ ਜਿਹੜਾ ਸਾਨੂੰ ਰਾਜਨੀਤਿਕ ਹਲਚਲ ਦੀ ਸੋਝੀ ਦਿੰਦਾ ਹੈ। ਇਹ ਉਹ ਧਰਮ ਹੈ ਜਿਹੜਾ ਜਿਉਂਦਾ ਜਾਗਦਾ ਧਰਮ ਹੈ। ਅਸੀਂ ਮੁਰਦਿਆਂ ਧਰਮਾਂ ਦੀਆਂ ਲਾਸ਼ਾਂ ਆਪਣੀ ਪਿੱਠ ਤੇ ਢੋ ਨਹੀਂ ਸਕਦੇ। ਲੋਕਾਂ ਨੇ ਮੁੱਖ ਕਰ ਲਿਆ ਗੁਰੂ ਨਾਨਕ ਦੇ ਘਰ ਵਾਲੇ ਪਾਸੇ। ਪਰ ਗੁਰੂ ਕੇ ਸਿੱਖਾ, ਅੱਜ ਤੈਨੂੰ ਇਸ ਗੱਲ ਦੀ ਸਾਰ ਨਹੀਂ ਨਾ ਰਹੀ। ਤੂੰ ਅੱਜ ਗੁਰੂ ਦੇ ਲਈ ਬੇਗਾਨਾ ਹੋ ਗਿਆ। ਤੂੰ ਅੱਜ ਗੁਰੂ ਨੂੰ ਬੇਗਾਨਾ ਸਮਝਦਾ, ਸਿੱਖੀ ਨੂੰ ਕੋਈ ਵੱਖਰੀ ਚੀਜ਼ ਤੇ ਹੰਡੀ ਹੋਈ ਚੀਜ਼ ਸਮਝਦਾ। ਇਹ ਸਾਡੀ ਸੂਝ ਦੀ ਕਮੀ ਹੈ, ਇਹ ਸਾਡੇ ਅੰਦਰ ਦੀ ਘਾਟ ਹੈ। ਮੈਂ ਇੱਕ ਹੋਰ ਨੁਕਤਾ ਇਤਿਹਾਸ ਦਾ ਤੁਹਾਡੇ ਸਾਹਮਣੇ ਰੱਖਾ, ਤੁਸੀਂ ਪਰਖ ਲੈਣਾ। ਤੁਲਸੀਦਾਸ ਬਹੁਤ ਵੱਡੇ ਵਿਦਵਾਨ ਕਰਕੇ ਇਸ ਧਰਤੀ ਤੇ ਮੰਨੇ ਜਾਂਦੇ ਨੇ, ਇਤਿਹਾਸ ਦਾ ਤੱਥ ਹੈ। ਉਹਨਾਂ ਨੇ ਰਾਮਾਇਣ ਲਿਖੀ। 2 ਰਾਮਾਇਣਾਂ ਮਸ਼ਹੂਰ ਨੇ ਇਸ ਧਰਤੀ ਤੇ। ਇੱਕ ਹੈ ਵਾਲਮੀਕ ਜੀ ਦੀ ਲਿਖੀ ਰਾਮਾਇਣ, ਇੱਕ ਹੈ ਤੁਲਸੀਦਾਸ ਜੀ ਦੀ ਲਿਖੀ ਰਾਮਾਇਣ। ਤੁਲਸੀਦਾਸ ਜੀ ਦੀ ਲਿਖੀ ਹੋਈ ਰਾਮਾਇਣ ਅਕਬਰ ਬਾਦਸ਼ਾਹ ਦੇ ਵੇਲੇ ਲਿਖੀ ਗਈ। ਧਿਆਨ ਦਿਓ, ਇਤਿਹਾਸਕਾਰਾਂ ਇਹ ਮਸਲਾ ਸਿੱਧ ਕੀਤਾ ਹੈ।
ਜਿਹੜੀ ਰਮਾਇਣ ਤੁਲਸੀਦਾਸ ਨੇ ਲਿਖੀ ਹੈ ਨਾ, ਉਹ ਅਕਬਰ ਦੇ ਵੇਲੇ ਲਿਖੀ ਗਈ। ਹੁਣ ਅਕਬਰ ਤੋਂ ਪਹਿਲਾਂ ਬੜੇ ਹੁਕਮਰਾਨ ਹੋਏ ਜਿਨ੍ਹਾਂ ਨੇ ਦਿੱਲੀ ਦੇ ਤਖਤ ਤੇ ਰਾਜ ਕੀਤਾ। ਸਦੀਆਂ ਤੱਕ ਹਿੰਦੁਸਤਾਨ ਦੇ ਅੰਦਰ, ਭਾਰਤ ਦੇ ਅੰਦਰ ਮੰਦਰ ਢਹਿ ਢੇਰੀ ਹੁੰਦੇ ਰਹੇ। ਇਤਿਹਾਸ ਨੂੰ ਤੁਸੀਂ ਪੜ੍ਹ ਸਕਦੇ ਹੋ। ਮੰਦਰਾਂ ਦੇ ਵਿੱਚ ਗਾਵਾਂ ਦੇ ਕਤਲ ਕੀਤੇ ਜਾਂਦੇ ਰਹੇ, ਇਹ ਅਹਿਸਾਸ ਕਰਾਉਣ ਲਈ ਕਿ ਤੁਸੀਂ ਗੁਲਾਮ ਹੋ। ਇਤਿਹਾਸ ਚੋਂ ਪੜ੍ਹ ਸਕਦੇ ਹੋ। ਤੀਰਥਾਂ ਦੇ ਸਰੋਵਰਾਂ ਨੂੰ ਗੰਦਗੀ ਤੇ ਮਲਬੇ ਦੇ ਨਾਲ ਪੂਰਿਆ ਜਾਂਦਾ ਰਿਹਾ ਤਾਂ ਕਿ ਅਸੀਂ ਕਿਸੇ ਹੋਰ ਕੌਮ ਦਾ ਨਾਮੋ ਨਿਸ਼ਾਨ ਇਸ ਧਰਤੀ ਤੋਂ ਮਿਟਾ ਦੇਈਏ। ਸੋਮਨਾਥ ਦਾ ਮੰਦਰ ਮਹਿਮੂਦ ਗਜਨਵੀ ਨੇ ਭੰਨਿਆ। ਲੋਕ ਆਪਣੇ ਕੋਠਿਆਂ ਤੇ ਚੜ੍ਹ ਕੇ ਦੇਖ ਰਹੇ ਸਨ ਤੇ ਆਪਸ 'ਚ ਗੱਲਾਂ ਕਰ ਰਹੇ ਸਨ, ਵੇਖਿਓ ਹੁਣੇ ਇਸ ਮੰਦਰ 'ਚੋਂ ਕੋਈ ਗੈਬੀ ਤਾਕਤ ਨਿਕਲੇਗੀ, ਸਾਰੀ ਫੌਜ ਦਾ ਖਾਤਮਾ ਕਰੇਗੀ। ਬੜੇ ਮਜ਼ੇ ਦੇ ਨਾਲ ਉਸਨੇ ਮੰਦਰ ਨੂੰ ਲੁੱਟਿਆ। ਉੱਥੇ ਲੱਗੀ ਮੂਰਤੀ ਦੇ ਉਸ 3 ਟੁਕੜੇ ਕੀਤੇ ਨੇ। ਇੱਕ ਮੱਕੇ ਭੇਜਿਆ, ਇੱਕ ਮਦੀਨੇ ਭੇਜਿਆ, ਇੱਕ ਆਪਣੇ ਨਾਲ ਉਹ ਆਪਣੇ ਦੇਸ਼ ਨੂੰ ਲਿਜਾ ਕੇ ਮਸਜਿਦ ਦੀਆਂ ਪੌੜੀਆਂ ਦੇ ਵਿੱਚ ਗੱਡਦਾ ਹੈ। ਜਦੋਂ ਮੋਮਨ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਵਾਸਤੇ ਆਵੇਗਾ, ਉਹ ਇਸ ਪੱਥਰ ਦੀ ਬਣੀ ਮੂਰਤੀ ਦੇ ਉੱਤੇ ਕਦਮ ਰੱਖ ਕੇ ਮਸਜਿਦ ਦੇ ਵਿੱਚ ਪ੍ਰਵੇਸ਼ ਕਰੇਗਾ ਤਾਂ ਕਿ ਉਹਦੇ ਅੰਦਰ ਕਿਧਰੇ ਵੀ ਕੁਫਰ ਦੇ ਪਾਸੇ ਵਾਲੇ ਝੁਕਾ ਨਾ ਹੋ ਜਾਏ। ਉਹਨੂੰ ਯਾਦ ਰਹੇ ਕਿ ਉਹਨਾਂ ਦਾ ਪੈਗੰਬਰ ਕੁਫਰ ਨੂੰ ਕਿਤਨੀ ਨਫ਼ਰਤ ਕਰਦਾ ਹੈ। ਇਹ ਇਤਿਹਾਸ ਦੇ ਤੱਥ ਨੇ। ਪਰ ਵਾਰੇ ਜਾਵਾਂ, ਸਾਈਂ ਤੁਲਸੀਦਾਸ ਅਕਬਰ ਦੇ ਵੇਲੇ ਰਮਾਇਣ ਲਿਖਦਾ ਹੈ, ਪਰ ਜ਼ਿਕਰ ਨਹੀਂ ਕਰਦਾ ਕਿ ਇੱਥੇ ਲੋਕਾਂ ਤੇ ਜ਼ੁਲਮ ਹੋ ਰਿਹਾ। ਤੁਲਸੀਦਾਸ ਲਿਖਦਾ, ਕਵਨ ਨਿਰਪ ਹੋਏ, ਕੋਈ ਰਾਜਾ ਹੋ ਜਾਏ, ਹਮੇ ਕਿਆ ਹਾਨੀ, ਸਾਨੂੰ ਕੀ ਚਿੰਤਾ ਹੈ। ਉੱਥੇ ਲਫ਼ਜ਼ ਲਿਖਦਾ ਤੁਲਸੀਦਾਸ ਰਮਾਇਣ ਦੇ ਵਿੱਚ, ਕਵਨ ਨਿਰਪ ਹੋਏ, ਹਮੇ ਕਿਆ ਹਾਨੀ, ਕੋਈ ਰਾਜਾ ਆ ਜਾਏ, ਕੋਈ ਸਰਕਾਰ ਆ ਜਾਏ, ਸਾਨੂੰ ਕੀ ਫਰਕ ਪੈਂਦਾ ਹੈ। ਉਹਦੇ ਆਪਣੀ ਕੌਮ ਮੁਰਦਿਆਂ ਤੋਂ ਥੱਲੇ ਦਾ ਜੀਵਨ ਜੀ ਰਹੀ ਹੈ, ਗੁਲਾਮੀ ਹੰਢਾ ਰਹੀ ਹੈ। ਤੁਲਸੀਦਾਸ ਜੀ ਆਪਣੇ ਗ੍ਰੰਥ ਵਿੱਚ ਲਿਖਦੇ, ਕਵਨ ਨਿਰਪ ਹੋਏ ਹਮੇ ਕਿਆ ਹਾਨੀ। ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਗੁਰੂ ਗ੍ਰੰਥ ਸਾਹਿਬ ਉਹ ਗ੍ਰੰਥ ਨੇ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਵੇਖ ਕੇ ਲੋਕਾਂ ਨੂੰ ਅੱਖਾਂ ਬੰਦ ਕਰਨਾ ਨਹੀਂ ਸਿਖਾਉਂਦੇ, ਅੱਖਾਂ ਖੋਲ੍ਹਣਾ ਸਿਖਾਉਂਦੇ ਨੇ। ਬੰਦਿਆ, ਅੱਜ ਤੂੰ ਖੁੰਝ ਗਿਓ, ਤੇਰੀਆਂ ਆਉਣ ਵਾਲੀਆਂ ਨਸਲਾਂ ਇੱਕ ਗੰਦੀ ਨਾਲੀ ਦੇ ਕੀੜੇ ਵਾਂਗ ਰੀਂਗ ਕੇ ਜੀਵਨ ਜਿਉਣਗੀਆਂ। ਅਗਰ ਤੂੰ ਆਪਣਾ ਤੇ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਚਾਹੁੰਦਾ ਤਾਂ ਵੇਖ ਇਹਨਾਂ ਮੁਸ਼ਕਲਾਂ ਨਾਲ ਸਿੱਝਣਾ ਕਿਵੇਂ। ਇਹ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਇਹ ਕਹਿੰਦੇ ਨੇ, ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਾਂ ਚੜਿਆ। ਰਾਜੇ ਸ਼ੀਮ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਇਹ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਕਹਿੰਦਾ ਛੁਰੀ ਵਗਾਇਨ 3 ਗਲ ਤਾਗ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਜਿਹੜਾ ਗੁਲਾਮੀ ਦਾ ਅਹਿਸਾਸ ਕਰਵਾਉਂਦਾ ਹੈ ਤੇ ਆਜ਼ਾਦ ਹੋਣ ਦੀ ਗੱਲ ਸਮਝਾਉਂਦਾ ਹੈ। ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਜਿਹੜਾ ਸਾਨੂੰ ਦੱਸਦਾ ਹੈ ਕਿ ਬੰਦਿਆ, ਤੂੰ ਆਪਣੇ ਇਰਦ ਗਿਰਦ ਝਾਤ ਮਾਰ ਕੇ ਵੇਖ, ਤੂੰ ਕਿੰਨਾ ਅਵਸਥਾਵਾਂ ਤੇ ਹਾਲਾਤਾਂ ਦੇ ਵਿੱਚ ਜਕੜਿਆ ਪਿਆ। ਇਹ ਕਾਰਨ ਹੈ ਗੁਰੂ ਅਰਜਨ ਸਾਹਿਬ ਦੇ ਤਤੀ ਤਵੀ ਤੇ ਬੈਠ ਜਾਣ ਦਾ। ਉਹਨਾਂ ਦੀ ਵਿਚਾਰਧਾਰਾ ਵੇਖਦੀ ਹੈ ਬੜੀ ਪਰਖ ਦੇ ਨਾਲ। ਇਹ ਰਾਜਾ ਤਾਂ ਕੁੱਤਿਆਂ ਨਾਲੋਂ ਭੈੜਾ ਹੈ ਤੇ ਗੱਲ ਸੱਚੀ ਕਰ ਦਿੰਦੀ ਹੈ। ਕਲ ਕਾਤੀ ਰਾਜੇ ਕਾ ਸਾਈ। ਹੁਣ ਰਾਜੇ ਨੂੰ ਇਹ ਗੱਲ ਚੁੱਭਦੀ ਹੈ, ਇਹ ਚੰਗੀ ਨਹੀਂ ਲੱਗਦੀ। ਉਹ ਨਹੀਂ ਚਾਹੁੰਦਾ ਕਿ ਉਹਦੇ ਅੰਦਰ ਦੇ ਕੁੱਤੇਪਨ ਨੂੰ ਕੋਈ ਬਾਹਰ ਜ਼ਾਹਰ ਕਰਕੇ ਆਖੇ ਕਿ ਇਹ ਇਨਸਾਨ ਨਹੀਂ, ਇਹ ਹਵਸ ਦਾ ਪੁਤਲ ਹੈ। ਗੁਰੂ ਅਰਜਨ ਦੀ ਅੱਖ ਅੰਦਰ ਨੂੰ ਜਾਂਦੀ ਹੈ, ਉਹ ਅੰਦਰ ਦੇ ਹਾਲਾਤ ਨੂੰ ਵੇਖਦੀ ਹੈ। ਉਹਨੇ ਧਰਮ ਦੇ ਚੋਲਿਆਂ ਦੇ ਹੇਠ ਬੈਠੇ ਹੋਏ ਪਖੰਡੀਆਂ ਦਾ ਪਾਜ ਉਘੇੜ ਕੇ ਆਖਿਆ, ਤੀਰਥ ਜਾਓ ਤਾਂ ਹਉ ਹਉ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ, ਸੋ ਸਥਾਨ ਬਤਾਵੋ ਮੀਤਾ। ਲੋਕਾਂ ਦਾ ਧਿਆਨ ਖਿੱਚਿਆ ਗਿਆ, ਬਾਬਾ ਸਭ ਤੋਂ ਵੱਡੀ ਚੀਜ਼ ਤਾਂ ਦੁਨੀਆ ਤੇ ਤੀਰਥ ਨੇ, ਧਾਰਮਿਕ ਅਸਥਾਨ ਨੇ, ਧਾਰਮਿਕ ਬੰਦੇ ਨੇ। ਤੁਸੀਂ ਹੋਰ ਕਿਹੜਾ ਥਾਂ ਪੁੱਛਦੇ ਹੋ? ਸੋ ਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਇੱਥੇ ਹਰੀ ਦੀ ਕੀਰਤੀ ਨਹੀਂ? ਮੇਰਾ ਸਤਿਗੁਰੂ ਕਹਿੰਦਾ ਨਹੀਂ, ਇਹਨਾਂ ਥਾਵਾਂ ਦੇ ਉੱਤੇ ਹਉਂ ਦਾ ਪਸਾਰਾ ਹੈ,
ਇਹਨਾਂ ਧਾਰਮਿਕ ਚੋਲਿਆਂ ਦੇ ਅੰਦਰ ਮਾਇਆ ਦੀ ਰੰਗਤ ਹੈ। ਇਹਨਾਂ ਦੇ ਈਮਾਨ ਰਾਜਨੀਤੀ ਦੀਆਂ ਥੈਲੀਆਂ ਦੇ ਹੇਠ ਦੱਬ ਕੇ ਮਰ ਗਏ ਨੇ। ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਗੁਰਦੇਵ ਗੁਰੂ ਅਰਜਨ ਸਾਹਿਬ ਦੀ ਆਵਾਜ਼ ਸੁੱਤੀਆਂ ਬੇਸੁਰਤ ਹੋਈਆਂ ਤੇ ਅਣਗਹਿਲੀ ਦੀ ਨੀਂਦ ਦੇ ਵਿੱਚ, ਗਫਲਤ ਦੀ ਨੀਂਦ ਦੇ ਵਿੱਚ ਗਵਾਚੀਆਂ ਸੁਰਤਾਂ ਨੂੰ ਝੰਜੋੜ ਗਈ। ਸਚਿਆਰਿਆਂ ਦਾ ਕਾਫਲਾ ਜੁੜਿਆ ਤੇ ਸੱਚ ਦੇ ਕਿਲੇ ਦੇ ਅੰਦਰ ਪ੍ਰਵੇਸ਼ ਕਰ ਗਿਆ। ਸਮੇਂ ਦੇ ਤੂਫਾਨਾਂ ਨੇ ਵੇਖਿਆ ਇਸ ਕਿਲੇ ਦੇ ਅੰਦਰ ਪ੍ਰਵੇਸ਼ ਕਰਨ ਵਾਲਿਆਂ ਦੀ ਗਿਣਤੀ ਦਿਨ ਬ ਦਿਨ ਵੱਧ ਰਹੀ ਹੈ। ਇਸੇ ਕਰਕੇ ਤਾਂ ਜਹਾਂਗੀਰ ਆਪਣੀ ਤੋਜ਼ ਕੇ ਜਹਾਂਗੀਰੀ ਦੇ ਵਿੱਚ ਲਿਖਦਾ ਹੈ, ਮੈਂ ਕਾਫੀ ਅਰਸੇ ਤੋਂ ਵੇਖ ਰਿਹਾ ਸਾਂ, ਕਈ ਪੀੜ੍ਹੀਆਂ ਤੋਂ ਇਹ ਝੂਠ ਤੇ ਕੁਫਰ ਦੀ ਦੁਕਾਨ ਚੱਲ ਰਹੀ ਸੀ। ਗੁਰੂ ਅਰਜਨ ਨਾਮ ਦਾ ਇੱਕ ਸ਼ਖਸ ਜਿਹੜਾ ਆਪਣਾ ਪਸਾਰਾ ਦਿਨ ਬ ਦਿਨ ਪਸਾਰੀ ਜਾ ਰਿਹਾ ਹੈ। ਅਣਗਿਣਤ ਹਿੰਦੂ ਤੇ ਜ਼ਾਹਲ ਮੁਸਲਮਾਨ ਉਸ ਦੇ ਸਿੱਖ ਬਣਦੇ ਜਾ ਰਹੇ ਨੇ। ਇਹ ਸਬੂਤ ਨੇ ਤੁਹਾਡੇ ਇਤਿਹਾਸ ਦੇ, ਗੁਰਦੇਵ ਗੁਰੂ ਅਰਜਨ ਸਾਹਿਬ ਦੇ ਵੱਧਦੇ ਪ੍ਰਭਾਵ ਦੇ, ਜਿਹਦੀ ਗਵਾਹੀ ਭਰੀ ਗਈ ਹੈ ਬਾਣੀ 'ਚ। ਉਗਵਣੋਂ ਤੇ ਆਥਵਣੋਂ ਚੌਂ ਚੱਕੀ ਕੀਨ ਲੋਆ, ਚਾਰੇ ਪਾਸੇ ਲੋ ਹੋ ਗਈ, ਪਸਾਰਾ ਪਸਰ ਗਿਆ ਸਚਾਈ ਦਾ, ਗੁਰੂ ਨਾਨਕ ਦੀ ਗੁਰਮਤ ਦਾ। ਬਸ ਇਹ ਲੋ ਉੱਲੂਆਂ ਨੂੰ ਪਸੰਦ ਨਾ ਆਈ। ਉਹ ਚਾਹੁੰਦੇ ਸਨ ਘਣਾ ਹਨੇਰਾ ਇਸ ਧਰਤੀ ਦੇ ਉੱਤੇ ਪਸਰਿਆ ਰਹੇ। ਗੁਰਦੇਵ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਲਾਹੌਰ ਲਿਜਾਏ ਗਏ, ਆਪ ਜੀ ਨੇ ਸ਼ਰਵਣ ਕੀਤਾ, ਸ਼ਹੀਦ ਕਰ ਦਿੱਤੇ ਗਏ। ਪਰ ਮੈਂ ਇੱਕ ਚੀਜ਼ ਦਾ ਜ਼ਿਕਰ ਜ਼ਰੂਰ ਕਰਨਾ ਹੈ, ਗੁਰੂ ਅਰਜਨ ਸਾਹਿਬ ਨੂੰ ਰਾਵੀ ਦਰਿਆ ਦੇ ਵਿੱਚ ਸਰਕਾਰ ਨੇ ਸੁੱਟਿਆ। ਸਤਿਗੁਰਾਂ ਆਪ ਨਹੀਂ ਆਖਿਆ ਕਿ ਸਾਨੂੰ ਰਾਵੀ ਦਰਿਆ ਤੇ ਇਸ਼ਨਾਨ ਕਰਨ ਲੈ ਚੱਲੋ। ਇਹ ਗਲਤ ਸਾਖੀ ਨਾ ਅੱਜ ਵੀ ਸਾਡੇ ਮਨਾਂ 'ਚ ਘਰ ਕਰ ਗਈ। ਮੈਂ ਇਤਿਹਾਸ ਦੀਆਂ 2-3 ਮਿਸਾਲਾਂ ਪੇਸ਼ ਕਰਨੀਆਂ ਨੇ ਤੇ ਗੱਲ ਤੁਸੀਂ ਸਮਝ ਲੈਣਾ ਕਿ ਇਹਨਾਂ ਚੀਜ਼ਾਂ ਦਾ ਅਸਰ ਸਾਡੇ ਸਾਹਮਣੇ ਕੀ ਹੁੰਦਾ ਹੈ। ਇਹ ਇਤਿਹਾਸ ਹੈ ਨਾ, ਇੱਕ ਸਾਜ਼ਿਸ਼ ਚੱਲਦੀ ਹੈ ਇਤਿਹਾਸ ਦੇ ਨਾਲ ਨਾਲ। ਜਿਸ ਸਰੀਰ ਨੂੰ ਤਤੀ ਤਵੀ ਤੇ ਬਿਠਾ ਕੇ ਗਰਮ ਰੇਤ ਸੀਸ ਦੇ ਵਿੱਚ ਪਾਈ ਜਾਏ, ਸਾਡੇ ਇਤਿਹਾਸਕ ਗ੍ਰੰਥ ਕਹਿੰਦੇ ਸਤਿਗੁਰਾਂ ਦੇ ਹਜ਼ੂਰ ਦੇ ਸਰੀਰ ਦੀ ਚਰਬੀ ਢਲ ਗਈ, ਕਈ ਜਗ੍ਹਾ ਤੋਂ ਹੱਡੀਆਂ ਨੰਗੀਆਂ ਹੋ ਗਈਆਂ ਤੇ ਨਾੜੀਆਂ ਝੁਲਸ ਗਈਆਂ ਸਨ। ਗੁਰਦੇਵ ਪੈਰ ਜ਼ਮੀਨ ਤੇ ਰੱਖਦੇ ਤੇ ਚਰਬੀ ਦਾ ਢੇਰ ਲੱਗ ਜਾਂਦਾ। ਇਹ ਅਵਸਥਾ ਸਰੀਰ ਦੀ। ਫਿਰ ਉਸ ਸਰੀਰ ਨੂੰ ਦੂਜਾ ਕਸ਼ਟ ਇਹ ਦਿੱਤਾ ਗਿਆ, ਉਬਲਦੀ ਦੇਗ 'ਚ ਬਿਠਾਇਆ ਗਿਆ। ਯਾਸਾ ਵਾ ਸਿਆਸਤ ਦਾ ਕਾਨੂੰਨ ਜੋ ਚੰਗੇਜ਼ ਖਾਨ ਨੇ ਬਣਾਇਆ ਕਿਸੇ ਵੇਲੇ, ਉਹ ਕਾਨੂੰਨ ਗੁਰਦੇਵ ਗੁਰੂ ਅਰਜਨ ਸਾਹਿਬ ਤੇ ਜਹਾਂਗੀਰ ਨੇ ਲਾਗੂ ਕੀਤਾ। ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਸਰੀਰ ਇੰਨਾ ਨਿਢਾਲ ਕਰ ਦਿੱਤਾ ਗਿਆ ਕਿ ਇਤਨੇ ਤਸੀਹੇ ਦੇਣ ਤੋਂ ਬਾਅਦ ਸਤਿਗੁਰੂ ਜੀ ਸਹਿ ਕਰ ਰਹੇ ਸਨ। ਉਹਨਾਂ ਨੂੰ ਸਵਾਸ ਤਾਂ ਆ ਰਹੇ ਸਨ, ਪਰ ਸਰੀਰ ਦੀ ਅਵਸਥਾ ਵੇਖਣ ਦੇ ਯੋਗ ਨਹੀਂ ਸੀ ਰਹੀ। ਜ਼ੁਲਮ ਇੰਨਾ ਕੀਤਾ ਗਿਆ। ਹੁਣ ਸਰਕਾਰ ਨੂੰ ਲੱਗਿਆ ਇਸ ਅਵਸਥਾ 'ਚ ਤਾਂ ਸਤਿਗੁਰਾਂ ਦਾ ਸਰੀਰ ਵੀ ਕਿਸੇ ਨੂੰ ਵਿਖਾਇਆ ਨਹੀਂ ਜਾ ਸਕਦਾ। ਅਗਰ ਵਿਖਾਇਆ ਗਿਆ ਉਹ ਕੋਹਰਾਮ ਮਚ ਸਕਦਾ ਹੈ ਜਨਤਾ ਦੇ ਅੰਦਰ, ਜਿਸ ਨੂੰ ਠੱਲਣਾ ਬੜਾ ਔਖਾ ਹੋ ਜਾਵੇਗਾ। ਕੀ ਕੀਤਾ ਜਾਏ? ਆਪਣੇ ਪਾਪ ਨੂੰ ਲੁਕਾਉਣ ਲਈ ਰਾਵੀ ਦਰਿਆ ਦੇ ਡੂੰਘੇ ਪਾਣੀਆਂ ਨਾਲ ਸਮਝੌਤਾ ਕਰ ਲਿਆ ਗਿਆ ਕਿ ਇਹ ਸਰੀਰ ਗੁਰੂ ਅਰਜਨ ਸਾਹਿਬ ਦਾ ਰਾਵੀ ਦਰਿਆ ਦੀ ਗਹਿਰਾਈ ਦੇ ਵਿੱਚ ਅਲੋਪ ਹੋ ਜਾਏ, ਜਿੱਥੋਂ ਦੁਨੀਆ ਦੀ ਅੱਖ ਗੁਰੂ ਅਰਜਨ ਨੂੰ ਇਸ ਰੂਪ ਵਿੱਚ ਨਹੀਂ ਵੇਖ ਸਕੇਗੀ, ਔਰ ਕਮ ਅਜ਼ ਕਮ ਉਹ ਕੋਹਰਾਮ ਤਾਂ ਘਟ ਜਾਵੇਗਾ ਜਿਹੜਾ ਇਸ ਹਾਲਤ 'ਚ ਗੁਰੂ ਅਰਜਨ ਸਾਹਿਬ ਦੇ ਸਰੀਰ ਨੂੰ ਵੇਖ ਕੇ ਮਚਣ ਵਾਲਾ ਹੈ। ਆਪਣੇ ਪਾਪ ਨੂੰ ਲੁਕਾਉਣ ਲਈ ਸਰੀਰ ਉੱਥੇ ਰਾਵੀ ਦਰਿਆ ਦੇ ਵਿੱਚ ਅਲੋਪ ਕਰ ਦਿੱਤਾ ਗਿਆ। ਪਰ ਗੁਰੂ ਪਿਆਰ ਵਾਲਿਓ, ਮੈਂ ਅਕਸਰ ਇਤਿਹਾਸ ਦੀਆਂ ਸਾਖੀਆਂ ਨੂੰ ਛਾਣਦਾ ਤੇ ਮੈਂ ਹੈਰਾਨ ਹੁੰਦਾ, ਅਸੀਂ ਕਿੰਨੇ ਭੋਲੇ ਹਾਂ। ਭੋਲੇ ਕਾਹਦੇ? ਅਗਿਆਨੀ। ਸਾਡੇ ਅੰਦਰ ਅਗਿਆਨਤਾ ਕਿੰਨੀ ਸਿਖਰਾਂ ਤੇ ਹੈ। ਅਸੀਂ ਇਹੋ ਜਿਹੀਆਂ ਝੂਠੀਆਂ ਸਾਖੀਆਂ ਕਿ ਸਤਿਗੁਰਾਂ ਆਖਿਆ ਸੀ ਇਸ਼ਨਾਨ ਕਰਨਾ ਤੇ ਗੁਰਦੇਵ ਇਸ਼ਨਾਨ ਕਰਨ ਚੱਲੇ ਤੇ ਇਸ਼ਨਾਨ ਕੀਤਾ ਤੇ ਅਲੋਪ ਹੋ ਗਏ। ਇਹਦਾ ਮਤਲਬ ਹੈ ਜਹਾਂਗੀਰ ਤਾਂ ਦੋਸ਼ੀ ਨਹੀਂ ਨਾ, ਉਹਨੇ ਤਾਂ ਦੋਖੀ ਦਿੱਤੇ ਨੇ ਨਾ। ਫੈਸਲਾ ਤਾਂ ਹਜ਼ੂਰ ਨੇ ਦੁਨੀਆ ਦੀ ਨਜ਼ਰ ਤੋਂ ਲਿਆਉਣ ਦਾ ਆਪ ਕੀਤਾ। ਅਸੀਂ ਕਿਤਨੇ ਅਗਿਆਨੀ ਆ, ਆਪਣੇ ਗੁਰੂ ਦੀ ਸ਼ਹਾਦਤ ਨੂੰ ਵੀ ਸਹੀ ਅਰਥਾਂ ਦੇ ਵਿੱਚ ਮੰਨ ਨਹੀਂ ਸਕਦੇ। ਤਾਰੀਖ ਦੀ ਅੱਖ ਚੱਖ ਪਾ ਕੇ ਵੇਖਣ ਤੋਂ ਅਸੀਂ ਕਿਉਂ ਸ਼ਰਮਾਉਂਦੇ ਆ? ਇਹੀ ਸਾਖੀ ਗੁਰੂ ਨਾਨਕ ਸਾਹਿਬ ਨਾਲ ਜੁੜੀ ਹੈ। ਅਖੇ ਹਿੰਦੂ ਤੇ ਮੁਸਲਮਾਨ ਲੜ ਪਏ। ਹਿੰਦੂ ਕਹਿਣ ਅਸੀਂ ਸਤਿਗੁਰਾਂ ਦਾ ਸੰਸਕਾਰ ਕਰਨਾ ਹੈ, ਮੁਸਲਮਾਨ ਕਹਿਣ ਅਸੀਂ ਸਤਿਗੁਰਾਂ ਦਾ ਸੀਸ ਇਹ ਸਤਿਗੁਰਾਂ ਦਾ ਸਰੀਰ ਦਫਨ ਕਰਨਾ ਹੈ। ਤੇ ਮੈਂ ਪੁੱਛਦਾ, ਸਿੱਖ ਕਿੱਧਰ ਗਏ ਸਨ? ਜਿਹੜੇ 3 ਕਰੋੜ ਸਿੱਖ ਬਣਾਏ ਉਹ ਕਿਹੜੇ ਲੰਗਰ ਵਿੱਚ ਬੈਠੇ ਸਨ?
ਉਹਨਾਂ ਨੂੰ ਫੁਰਸਤ ਨਹੀਂ ਸੀ। ਉਹਨਾਂ ਦਾ ਪੈਗੰਬਰ ਸਰੀਰਕ ਰੂਪ ਵਿੱਚ ਇਸ ਧਰਤੀ ਤੋਂ ਜਾ ਰਿਹਾ ਹੈ, ਉਹ ਆਖਰੀ ਵਿਦਾਇਗੀ ਦੇਣ ਵਾਸਤੇ ਗੁਰੂ ਨਾਨਕ ਦੇ ਪਵਿੱਤਰ ਸਰੀਰ ਨੂੰ ਪਹੁੰਚੇ ਨਹੀਂ। ਤੇ ਦੋ ਉਹ ਕੌਮਾਂ ਲੜ ਰਹੀਆਂ ਨੇ ਜਿਨ੍ਹਾਂ ਨੂੰ ਅਜੇ ਤੱਕ ਗੁਰੂ ਦੇ ਸਿਧਾਂਤ ਦੀ ਸੋਝੀ ਨਹੀਂ ਆਈ ਕਿ ਸਰੀਰ ਨੂੰ ਦਫਨ ਕਰਨਾ ਜਾਇਜ਼ ਹੈ ਕਿ ਸਰੀਰ ਨੂੰ ਸੰਸਕਾਰਨਾ ਜਾਇਜ਼ ਹੈ। ਜਿਨ੍ਹਾਂ ਨੇ ਆਸਾ ਕੀ ਵਾਰ ਦਾ ਇਹ ਬਚਨ ਹੀ ਕਦੇ ਨਹੀਂ ਸੁਣਿਆ ਸੀ, ਉਹ ਝਗੜ ਰਹੇ ਨੇ। ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਕੁਮਿਆਰ, ਕੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਇੱਕ ਦੱਜਾਂ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਂ, ਇੱਕ ਪਾਣੀ ਵਿੱਚ ਸਟੀਆਂ। ਉਹ ਲੋਕ ਲੜ ਰਹੇ ਨੇ ਜਿਨ੍ਹਾਂ ਨੂੰ ਸਿਧਾਂਤ ਦੀ ਸੋਝੀ ਨਹੀਂ। ਤੇ ਸਿੱਖ ਕਿੱਥੇ ਨੇ? ਅਸੀਂ ਸਾਖੀ ਮੰਨ ਲਈ, ਸਿਰ ਝੁਕਾਇਆ, ਝੋਲੀ ਅੱਡੀ, ਤੇ ਸਾਖੀ ਲਿਖਣ ਵਾਲੇ ਨੂੰ ਅਸੀਂ ਮਾਲਾ ਮਾਲ ਕੀਤਾ। ਸਾਖੀ ਸੁਣਾਉਣ ਵਾਲੇ ਦੇ ਗਲ ਦੇ ਵਿੱਚ ਫੁੱਲਾਂ ਦੇ ਹਾਰ ਪਾਏ ਤੇ ਆਪਣੀ ਝੋਲੀ ਦੇ ਵਿੱਚ ਅਸੀਂ ਮਨਮਤ ਦੀਆਂ ਖਿੱਲਾਂ ਪਵਾਈਆਂ। ਇਹ ਸਾਡੀ ਅਵਸਥਾ ਹੈ। ਹੁਣ ਜ਼ਰਾ ਹੋਰ ਅੱਗੇ ਚਲੇ ਜਾਓ, ਗੁਰਦੇਵ ਗੁਰੂ ਅਰਜਨ ਸਾਹਿਬ ਵੀ ਅਲੋਪ ਹੁੰਦੇ ਨੇ। ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਉੱਡ ਜਾਂਦਾ ਹੈ। ਝੂਠ ਦੀ ਕੋਈ ਹੱਦ ਹੁੰਦੀ ਹੈ, ਕੋਈ ਸਿਖਰ ਹੁੰਦੀ ਹੈ। ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੋਤੀ ਜੋਤ ਸਮਾ ਰਹੇ ਨੇ, ਉਸ ਤੋਂ ਬਾਅਦ ਵੀ ਘੋੜੇ ਤੇ ਸਵਾਰ ਹੋ ਕੇ ਰਾਜਿਆਂ ਨੂੰ ਦਰਸ਼ਨ ਦੇ ਰਹੇ ਨੇ। ਅਸੀਂ ਮੰਨ ਲਿਆ। ਤੁਹਾਡੇ ਗੁਰੂ ਦੀ ਤਾਂ ਕੁਰਬਾਨੀ ਨੂੰ ਵੀ ਕੁਰਬਾਨੀ ਨਹੀਂ ਮੰਨ ਰਹੇ ਸਾਖੀਕਾਰ, ਜਿਹਨੂੰ ਤੁਸੀਂ ਸੱਚ ਕਹਿ ਕੇ ਮੰਨ ਰਹੇ ਹੋ। 21 ਸਾਲ ਅਸੀਂ ਝੂਠ ਬੋਲ ਕੇ 21ਵੀਂ ਸਦੀ ਦੇ ਸਿੱਖ ਦੀ ਕੁਰਬਾਨੀ ਨੂੰ ਮੰਨ ਨਾ ਸਕੇ। ਅਸੀਂ ਇਤਨੇ ਸਿਆਣੇ ਲੋਕ ਹਾਂ। ਬਾਬਾ ਜਰਨੈਲ ਸਿੰਘ ਦੀ ਕੁਰਬਾਨੀ ਨੂੰ ਮੰਨੇ 21 ਸਾਲ ਨਹੀਂ ਮੰਨਿਆ। ਇੱਕ ਪੈਟਰਨ ਤੁਰਿਆ ਆ ਰਿਹਾ ਜਿਹਦੇ ਉੱਤੇ ਇੱਕ ਲੀਹ ਦੇ ਉੱਤੇ ਗੱਡੀ ਆ ਰਹੀ ਹੈ ਕਿ ਇਹਨਾਂ ਦੇ ਸ਼ਹੀਦ ਵੀ ਇੰਨੇ ਅਣਗੌਲੇ ਕਰੋ, ਸਾਖੀਆਂ ਇਹਨਾਂ ਨੂੰ ਸੁਣਾਓ, ਇਹੋ ਜਿਹੀਆਂ ਲਿਖ ਕੇ ਝੋਲੀ ਚ ਪਾਓ। ਆਉਣ ਵਾਲੇ ਸਮੇਂ ਵਿੱਚ ਜਦੋਂ ਇਹਨਾਂ ਦੀਆਂ ਨਸਲਾਂ ਉਸ ਇਤਿਹਾਸ ਨੂੰ ਪੜ੍ਹਨਗੀਆਂ ਤੇ ਕਹਿਣਗੀਆਂ ਇਹ ਗੱਲਾਂ ਹੈ ਹੀ ਝੂਠ, ਇਹ ਗੱਲ ਰਲਦੀ ਕੋਈ ਨਹੀਂ। ਸਿੱਖ ਤਾਂ ਐਵੇਂ ਦੋਸ਼ ਦੇ ਰਹੇ ਨੇ ਸਰਕਾਰਾਂ ਨੂੰ ਕਿ ਉਹਨਾਂ ਨੇ ਸ਼ਹੀਦ ਕੀਤਾ, ਉਹਨਾਂ ਨੇ ਜ਼ੁਲਮ ਕੀਤਾ। ਇਹਨਾਂ ਦੇ ਪੈਗੰਬਰ ਤਾਂ ਆਪਣੀਆਂ ਕਰਾਮਾਤਾਂ ਵਿਖਾ ਕੇ ਇਸ ਦੁਨੀਆ ਤੋਂ ਗਏ ਨੇ। ਸਾਡੇ ਇਤਿਹਾਸ ਨੂੰ ਝੂਠਾ ਸਾਬਤ ਕਰਨ ਲਈ ਇਹ ਸਾਖੀਆਂ ਕੜੀਆਂ। ਇਹਨਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਆਖਰੀ ਬੇਨਤੀ ਜੋ ਮੈਂ ਕਰਨੀ ਚਾਹੁੰਦਾ, ਗੁਰਦੇਵ ਗੁਰੂ ਅਰਜਨ ਸਾਹਿਬ ਜੀ ਨੇ ਆਪਣਾ ਖੂਨ ਡੋਲਿਆ, ਇੱਕ ਕਾਫਲਾ ਤਿਆਰ ਕੀਤਾ, ਸ਼ਹੀਦਾਂ ਦੀ ਇੱਕ ਫੌਜ ਤਿਆਰ ਕਰ ਦਿੱਤੀ। ਗੁਰਦੇਵ ਗੁਰੂ ਅਰਜਨ ਸਾਹਿਬ ਹਿੰਦੁਸਤਾਨ ਦੀ ਧਰਤੀ ਤੇ ਉਹਨਾਂ ਦੀ ਕੁਰਬਾਨੀ ਦੇ ਨਾਲ, ਉਹਨਾਂ ਦੇ ਸਰੀਰ ਦੇ ਬਿਨਸਣ ਦੇ ਨਾਲ ਪਹਿਲੀ ਵਾਰ ਸ਼ਹੀਦ ਲਫ਼ਜ਼ ਜੁੜਿਆ। ਇਹਨੂੰ ਹਮੇਸ਼ਾ ਆਪਣੀ ਸੁਰਤ ਦੇ ਵਿੱਚ ਟਿਕਾ ਕੇ ਰੱਖਣਾ ਹੈ। ਤੁਹਾਡੇ ਬਜ਼ੁਰਗਾਂ ਉਹ ਕੀਤਾ ਹੈ ਜੋ ਇਸ ਦੇਸ਼ ਵਿੱਚ ਕਦੇ ਨਹੀਂ ਸੀ ਹੋਇਆ, ਨਾ ਕਿਸੇ ਤੇ ਇੰਨੀ ਜੁਰਤ ਸੀ ਕਿ ਉਹ ਕਰਕੇ ਵਿਖਾ ਸਕੇ। ਪਰ ਮੈਂ ਇੱਕ ਬੇਨਤੀ ਕਰਾਂ, ਅੱਗ ਦੇ ਨਾਲ ਸਿੱਖਾਂ ਦੀ ਬੜੀ ਨੇੜੇ ਦੀ ਸਾਂਝ ਰਹੀ ਹੈ। ਅੱਗ ਦੇ ਨਾਲ ਸਿੱਖਾਂ ਦੀ ਬੜੀ ਨੇੜੇ ਦੀ ਸਾਂਝ ਰਹੀ ਹੈ। ਅੱਗ ਸਿੱਖ ਦੇ ਈਮਾਨ ਨੂੰ ਪਰਖਣ ਵਾਸਤੇ ਬਾਰ-ਬਾਰ ਆਪਣੀਆਂ ਲਪਟਾਂ ਨੂੰ ਉੱਚੀਆਂ ਕਰਦੀ ਹੈ ਤੇ ਉਹਨੂੰ ਬਾਲਣ ਵਾਲੇ ਹੱਥ ਉਹ ਹੁੰਦੇ ਨੇ ਜਿਹੜੇ ਸੱਚ ਦੇ ਕਿਲੇ ਦੇ ਸਾਹਮਣੇ ਝੂਠ ਦਾ ਮਹਿਲ ਉਸਾਰਨ ਦੀ ਨੀਤੀ ਰੱਖਦੇ ਨੇ। ਇਹ ਅੱਗ ਹੈ ਜਿਹੜੀ ਗੁਰਦੇਵ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਸਰੀਰ ਨੂੰ ਨਿਢਾਲ ਕਰਦੀ ਹੈ। ਇਹ ਅਗਨ ਹੈ ਜਿਹੜੀ ਭਾਈ ਦਿਆਲਾ ਜੀ ਦੇ ਸਰੀਰ ਨੂੰ ਉਬਲਦੀ ਦੇਗ ਦੇ ਵਿੱਚ ਉਬਾਲ ਦਿੰਦੀ ਹੈ ਤੇ ਖਤਮ ਕਰ ਦਿੰਦੀ ਹੈ। ਇਹ ਅੱਗ ਹੈ ਜਿਹੜੀ ਭਾਈ ਸਤੀ ਦਾਸ ਦੇ ਸਰੀਰ ਨੂੰ ਪੋਂਦੀ ਹੈ ਤੇ ਰੂੰ ਦਾ ਹੀ ਹਿੱਸਾ ਬਣਾ ਧਰਦੀ ਹੈ। ਇਹ ਅੱਗ ਹੈ ਜਿਹੜੀ 84 ਦੇ ਵਿੱਚ ਤੁਹਾਡੇ ਗਲਾਂ ਦੇ ਵਿੱਚ ਬਲਦੇ ਟਾਇਰਾਂ ਦੇ ਰੂਪ ਦੇ ਵਿੱਚ ਪੈਂਦੀ ਹੈ ਤੇ ਸੜਕਾਂ ਦੇ ਉੱਤੇ ਲਪਟਾਂ ਉੱਠਦੀਆਂ ਨੇ। ਇਹ ਉਹੀ ਦਿੱਲੀ ਹੈ ਜਿਸ ਹਕੂਮਤ ਦੀ ਅੱਖ ਦੇ ਵਿੱਚ ਅੱਖ ਪਾ ਕੇ ਤੁਹਾਡਾ ਬਜ਼ੁਰਗ ਬਘੇਲ ਸਿੰਘ ਗੱਲ ਕਰਦਾ ਹੈ। ਇਹ ਉਹ ਦਿੱਲੀ ਹੈ। ਅੱਗ ਦੇ ਨਾਲ ਸਿੱਖ ਦਾ ਬੜਾ ਨੇੜੇ ਦਾ ਨਾਤਾ ਹੈ। ਜ਼ਰਾ ਤਾਰੀਖ ਨੂੰ ਪੜ੍ਹ ਕੇ ਵੇਖੋ। ਪਰ ਗੁਰੂ ਕੇ ਪਿਆਰ ਵਾਲਿਓ, ਭੱਟਾ ਨੇ ਗੱਲ ਕਹੀ, ਕਹਿੰਦੇ ਗੁਰੂ ਅਰਜਨ ਸਦਾ ਜਿਉਂਦੇ ਨੇ। ਗੁਰੂ ਅਰਜਨ ਦੇ ਜੀਣ ਦਾ ਅਰਥ ਕੀ ਹੈ? ਸਤਿਗੁਰਾਂ ਦੀ ਆਵਾਜ਼ ਜਿਉਂਦੀ ਹੈ, ਸਤਿਗੁਰਾਂ ਦੀ ਹਸਤੀ ਜਿਉਂਦੀ ਹੈ। ਗੁਰਦੇਵ ਦੀ ਹਸਤੀ ਦੁਨੀਆ ਦੇ ਨਕਸ਼ੇ ਤੋਂ ਮਿਟੀ ਨਹੀਂ, ਇਹ ਨਾ ਮਿਟ ਸਕਦੀ। ਗੁਰੂ ਅਰਜਨ, ਇਹੀ ਤਾਂ ਤੇਰੀ ਖੂਬੀ ਹੈ, ਇਹੀ ਤਾਂ ਤੇਰੀ ਖੂਬੀ। ਦੁਨੀਆ ਦੇ ਲੋਕ ਆਏ ਤੇ ਚਲੇ ਗਏ, ਤੂੰ ਆਇਆ ਤੇ ਇਸ ਧਰਤੀ ਦੇ ਉੱਤੇ ਸਥਿਰ ਹੋ ਗਿਆ। ਸਤਿਗੁਰੂ ਦੀ ਬਾਰੇ ਭੱਟਾ ਨੇ ਆਖਿਆ, ਸਦ ਜੀਵਨ ਅਰਜੁਨ ਅਮੋਲ ਅਜੂਨੀ ਸੰਭਵ। ਇਹ ਗੁਰੂ ਅਰਜਨ ਸਾਹਿਬ, ਜੋ ਰੱਬ ਜੂਨਾਂ 'ਚ ਨਹੀਂ ਆਉਂਦਾ ਤੇ ਆਪਣੇ ਆਪ ਤੋਂ ਪੈਦਾ ਹੋਇਆ, ਤੂੰ ਉਹਦੇ ਨਾਲ ਜੁੜਿਆ, ਇਸ ਕਰਕੇ ਤੈਨੂੰ ਨਿਸ਼ਚਲ ਜੀਵਨ ਮਿਲਿਆ। ਇਸ ਕਰਕੇ ਤੂੰ ਆਤਮਿਕ ਤੌਰ ਤੇ ਸਦਾ ਬੁਲੰਦ ਹੈ ਤੇ ਸਦਾ ਕਾਇਮ ਹੈ। ਭੈ ਭੰਜਨ, ਭੈ ਭੰਜਨ ਦਾ ਮਤਲਬ ਹੈ ਤੂੰ ਡਰ ਮੁਕਾ ਦਿੰਦਾ। ਜਿਹੜਾ ਤੇਰੀ ਵਿਚਾਰਧਾਰਾ ਨਾਲ ਜੁੜਦਾ ਹੈ ਨਾ, ਉਹਦੇ ਅੰਦਰ ਖੌਫ ਨਹੀਂ ਰਹਿੰਦਾ, ਉਹਦੇ ਅੰਦਰ ਡਰ ਨਹੀਂ ਰਹਿੰਦਾ। ਭੈ ਭੰਜਨ, ਪਰ ਦੁੱਖ ਨਿਵਾਰ।
ਤੂੰ ਦੂਜਿਆਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਇਸ ਧਰਤੀ ਤੇ ਆਇਆ। ਇਹ ਤੇਰੇ 'ਚ ਕੁਆਲਿਟੀ ਹੈ ਕਿ ਤੂੰ ਦੂਜੇ ਦਾ ਦੁੱਖ ਹਰਨ ਲਈ ਆਪ ਤਤੀ ਤਵੀ ਤੇ ਬੈਠ ਜਾਏ। ਪੈ ਭੰਜਨ ਪਰ ਦੁੱਖ ਨਿਵਾਰ ਅਪਾਰ, ਤੇਰੀ ਸ਼ਖਸੀਅਤ ਨੂੰ ਮਾਪਿਆ ਨਹੀਂ ਜਾ ਸਕਦਾ। ਅਨੰਭੋ, ਤੂੰ ਗਿਆਨ ਦਾ ਸੁਮ ਹੈ, ਤੂੰ ਪੂਜਾ ਨਹੀਂ ਕਰਵਾਉਣ ਆਇਆ, ਤੂੰ ਲੋਕਾਂ ਨੂੰ ਅੱਖਾਂ ਦੇਣ ਆਇਆ ਗਿਆਨ ਦੀਆਂ। ਅਪਾਰ ਅਨੰਭੋ, ਅਗਾਹ ਗਹਿਣ, ਜੋ ਰੱਬ ਜਾਣਿਆ ਨਹੀਂ ਜਾ ਸਕਦਾ ਤੂੰ ਉਹਨੂੰ ਜਾਣਦਾ, ਉਹਨੂੰ ਜਿਉਂਦਾ ਹੈ। ਅਗਾਹ ਗਹਿਣ, ਭ੍ਰਮ ਭ੍ਰਾਂਤ, ਭਰਮ ਤੇ ਭਟਕਣਾ ਤੂੰ ਬੰਦੇ ਦੇ ਜੀਵਨ ਚੋਂ ਮੁਕਾ ਦਿੱਤੀ ਆਪਣੇ ਗਿਆਨ ਦੇ ਨਾਲ। ਭ੍ਰਮ ਭ੍ਰਾਂਤ ਦਹਿਣ। ਅਗਲੀ ਗੱਲ ਜਿਹੜੀ ਕਈ ਬੜੀ ਕੀਮਤੀ, ਸੀਤਲ ਸੁਖ ਦਾਤੋ, ਤੂੰ ਸਦਾ ਠੰਡਾ ਰਹਿਣ ਵਾਲਾ ਹੈ। ਤੂੰ ਨਾ ਕਦੇ ਤਪਿਆ, ਨਾ ਦੁਨੀਆ ਦੀ ਕੋਈ ਤਵੀ ਤੇ ਨਾ ਦੁਨੀਆ ਦੀ ਕੋਈ ਦੇਗ ਤੈਨੂੰ ਤਪਾ ਸਕਦੀ ਹੈ। ਇਹ ਗੁਰੂ ਅਰਜਨ, ਮੈਂ ਤੈਨੂੰ ਆਤਮਿਕ ਤੌਰ ਤੇ ਜਾਣਦਾ, ਮੈਂ ਤੈਨੂੰ ਆਤਮਿਕ ਤੌਰ ਤੇ ਜਾਣਦਾ। ਤੂੰ ਸੀਤਲ ਹੈ, ਤੂੰ ਸਦਾ ਹੀ ਠੰਡਾ ਹੈ। ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ, ਤੂੰ ਸਦਾ ਹੀ ਠੰਡਾ ਰਿਹਾ। ਗੁਰਦੇਵ ਜੀ ਦੇ ਬਾਰੇ ਆਖਿਆ ਭੱਟ ਸਾਹਿਬਾਨ ਨੇ, ਸੀਤਲ ਸੁਖ ਦਾਤੋ, ਤੂੰ ਠੰਡਕ ਦੀ ਦਾਤ ਵੀ ਦਿੰਦਾ ਤੇ ਸੁਖ ਦੇਣ ਵਾਲਾ। ਅਸੰਭਵ ਦਵਿਓ, ਉਹ ਅਕਾਲ ਪੁਰਖ ਵਾਹਿਗੁਰੂ ਜੋ ਆਪਣੇ ਆਪ ਤੋਂ ਪੈਦਾ ਹੋਇਆ। ਅਸੰਭਵ ਦਵਿਓ ਪੁਰਖ ਪੂਰਨ ਵਿਧਾਤੋ, ਜੋ ਸਾਰੀਆਂ ਥਾਵਾਂ ਤੇ ਵਿਆਪਕ ਹੈ। ਹੇ ਗੁਰੂ ਅਰਜਨ, ਆਤਮਿਕ ਤੌਰ ਤੇ ਤੂੰ ਉਹਦੇ ਨਾਲ ਇੱਕ ਸੁਰ ਹੈ, ਉਹਦੇ 'ਚ ਤੇ ਤੇਰੇ 'ਚ ਅੰਤਰ ਕੋਈ ਨਹੀਂ। ਆਤਮਿਕ ਤੌਰ ਤੇ ਤੂੰ ਅਭੇਦ ਹੋ ਗਿਆ। ਨਾਨਕ ਆਦ ਅੰਗਦ ਅਮਰ, ਸਤਿਗੁਰ ਸ਼ਬਦ ਮਿਲਾਇਓ। ਗੁਰੂ ਨਾਨਕ ਨੇ, ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਪਵਿੱਤਰ ਸਤਿਗੁਰੂ ਸ਼ਬਦ ਨਾਲ ਤੈਨੂੰ ਇੱਕ ਸੁਰ ਕੀਤਾ। ਧੰਨ ਧੰਨ ਗੁਰੂ ਰਾਮਦਾਸ ਗੁਰ, ਜਿਨ ਪਾਰਸ ਪਰਸ ਮਿਲਾਇਓ। ਧੰਨ ਗੁਰੂ ਰਾਮਦਾਸ ਨੇ, ਤੁਹਾਡੇ ਪੁਰਖੇ ਧੰਨ ਨੇ, ਜਿਨ੍ਹਾਂ ਨੇ ਸ਼ਬਦ ਰੂਪੀ ਪਾਰਸ ਨਾਲ ਤੁਹਾਨੂੰ ਛੋਹ ਕੇ ਪਾਰਸ ਬਣਾ ਦਿੱਤਾ ਹੈ। ਗੁਰਦੇਵ ਗੁਰੂ ਅਰਜਨ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਯਾਦ ਕਰੀਏ, ਆਪਣੇ ਈਮਾਨ ਨੂੰ ਗੁਰਦੇਵ ਦੀ ਸੁਖਮਨੀ ਤੇ ਪੱਕਾ ਕਰੀਏ, ਗੁਰਦੇਵ ਦੇ ਬਚਨਾਂ ਤੇ ਇਕਤਾਤ ਤੇ ਭਰੋਸਾ ਕਰੀਏ। ਇਹ ਸਾਡੇ ਭਵਿੱਖ ਨੂੰ ਸਵਾਰੇਗਾ, ਇਹ ਸਾਨੂੰ ਗੁਰਦੇਵ ਦੇ ਸੱਚੇ ਸੁੱਚੇ ਸਿੱਖ ਹੋਣ ਦਾ ਮਾਣ ਬਖਸ਼ੇਗਾ। ਗੁਰਦੇਵ ਗੁਰੂ ਗ੍ਰੰਥ ਸਾਹਿਬ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।